ਸੋਸ਼ਲ ਪੋਸਟ ਵੇਖ ਰਹੀ ਸਾਰੀ ਆਡੀਅנס ਦਾ ਮੈਂ ਮਨਵੀਰ ਕੌਰ ਸਵਾਗਤ ਕਰਦੀ ਹਾਂ। ਸੈਟਰਡੇ ਦਾ ਖਾਸ ਪ੍ਰੋਗਰਾਮ ਰਣਜੀਤ ਸਿੰਘ ਕੁੱਕੀ ਗਿੱਲ ਸਰ ਦੇ ਨਾਲ ਲੈ ਕੇ ਹਾਜ਼ਰ ਹਾਂ ਔਰ ਅੱਜ ਦੇ ਪ੍ਰੋਗਰਾਮ 'ਚ ਗੱਲ ਕਰਾਂਗੇ ਦੋ ਅਹਿਮ ਮਸਲਿਆਂ ਤੇ। ਜ਼ਿਆਦਾਤਰ ਫੋਕਸਡ ਰਹਾਂਗੇ ਦੋ ਮੈਟਰਸ ਤੇ, ਜਿਨ੍ਹਾਂ 'ਚੋਂ ਪਹਿਲਾ ਹੈਗਾ ਕਿ ਇੰਡੀਆ ਦੇ ਵਿੱਚ ਜਿਹੜਾ ਅਡਾਨੀ ਗਰੁੱਪ ਦੇ ਉੱਤੇ ਇੱਕ USA ਦੀ ਇੱਕ ਫਰਮ ਨੇ ਰਿਪੋਰਟ ਦਿੱਤੀ ਔਰ ਉਸ ਤੋਂ ਬਾਅਦ ਅਡਾਨੀ ਦਾ ਸਾਮਰਾਜ ਹਿਲਦਾ ਹੋਇਆ ਬਹੁਤ ਡਰਾਮੈਟਿਕ ਵੇ ਦੇ ਵਿੱਚ ਪੂਰੇ ਭਾਰਤ ਨੂੰ ਨਜ਼ਰ ਆਇਆ, ਨਾ ਕਿ ਸਿਰਫ ਭਾਰਤ ਬਲਕਿ ਪੂਰੀ ਦੁਨੀਆ ਨੂੰ ਨਜ਼ਰ ਆਇਆ। ਇਹਦੇ ਤੇ ਬਹੁਤ ਸਵਾਲ ਨੇ ਜਿਹੜੇ ਕਲੀਅਰ ਕਰਨ ਦੀ ਜ਼ਰੂਰਤ, ਔਰ ਨਾਲ ਹੀ ਸਾਡਾ ਗੁਆਂਢੀ ਮੁਲਕ ਪਾਕਿਸਤਾਨ, ਜਿਹਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਈਸਿਸ ਹੈ, ਜਿਹਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪਾਕਿਸਤਾਨ ਗੋਡੇ ਟੇਕਦਾ ਹੋਇਆ ਨਜ਼ਰ ਆ ਰਿਹਾ। ਉਹਦੇ ਵਿਚਲੀ ਜਿਹੜੀ ਟੁੱਟਣ ਤੱਕ ਦੀ ਔਰ ਇੱਕ ਬਹੁਤ ਵੱਡੇ ਲੈਵਲ ਤੇ ਡਿਸਟਰਬੈਂਸਸ ਜਿਹੜੀਆਂ ਨੇ, ਖਾਸ ਤੌਰ ਤੇ ਇਕਨੋਮਿਕ ਪੈਦਾ ਹੋਈਆਂ ਨੇ, ਉਹਨਾਂ ਨੂੰ ਵਿਸਥਾਰ ਦੇ ਵਿੱਚ ਜਾਨਣਾ ਬਹੁਤ ਜ਼ਰੂਰੀ। ਔਰ ਨਾਲ ਹੀ ਕੁਝ ਮੁੱਦੇ ਨੇ ਜਿਹੜੇ ਗਲੋਬਲ ਪੱਧਰ ਤੇ ਆਪਾਂ ਨੂੰ ਕੰਸਰਨ ਕਰਦੇ ਨੇ। ਮੈਂ ਸਭ ਤੋਂ ਪਹਿਲਾਂ ਸ਼ਾਮਿਲ ਕਰਦੀ ਹਾਂ ਰਣਜੀਤ ਸਿੰਘ ਸਰ ਨੂੰ ਔਰ ਸਵਾਗਤ ਕਰਦੀ ਹਾਂ। ਸਰ, ਤੁਹਾਡਾ ਮੋਸਟ ਵੈਲਕਮ ਜੀ। ਥੈਂਕ ਯੂ ਸੋ ਮਚ ਮਨਵੀਰ, ਇਟਸ ਆਲਵੇਜ਼ ਅ ਪਲੇਜ਼ਰ। ਸਰ, ਹਿੰਡਨਬਰਗ ਨਾਮ ਦੀ ਇੱਕ USA ਦੀ ਸੰਸਥਾ ਨੇ ਪਿਛਲੇ ਹਫਤੇ ਇੱਕ ਰਿਪੋਰਟ ਪੇਸ਼ ਕੀਤੀ, ਜਿਹਦੇ ਵਿੱਚ ਉਹਨਾਂ ਨੇ ਅਡਾਨੀ ਗਰੁੱਪ ਦੇ ਉੱਤੇ, ਅਡਾਨੀ ਐਂਟਰਪ੍ਰਾਈਜ਼ਸ ਦੇ ਕੁਝ ਕੁ ਫਰਾਡ ਦੇ ਦੋਸ਼ ਲਗਾਏ, ਕੁਝ ਕੁ ਸਟਾਕ ਮੈਨੀਪੂਲੇਸ਼ਨ ਦੇ ਦੋਸ਼ ਲਾਏ, ਔਰ ਉਸ ਤੋਂ ਬਾਅਦ ਇੱਕ ਬਹੁਤ ਹੀ ਡਰਾਮੈਟਿਕ ਜੀਆਂ ਰਿਐਕਸ਼ਨਸ ਜਿਹੜੀਆਂ ਨੇ ਸਾਹਮਣੇ ਆਈਆਂ। ਔਰ ਡਾਟਾ ਦੇ ਵਿੱਚ ਦੇਖੀਏ, ਪੈਸਿਆਂ ਦੇ ਵਿੱਚ ਦੇਖੀਏ ਤਾਂ ਬਹੁਤ ਵੱਡਾ ਮਾਰਕੀਟ ਕੈਪ ਜਿਹੜਾ ਸੀਗਾ ਅਡਾਨੀ ਐਂਟਰਪ੍ਰਾਈਜ਼ਸ ਦਾ, ਉਹਦੇ ਤੇ ਬਹੁਤ ਨੀਚੇ ਆਇਆ। ਇੱਕ ਤਰ੍ਹਾਂ ਦੇ ਨਾਲ $108 ਬਿਲੀਅਨ ਇੱਕ ਤਰ੍ਹਾਂ ਦੇ ਵਾਈਪ ਆਊਟ ਹੋਏ। ਇਸ ਕ੍ਰਾਈਸਿਸ ਨੂੰ ਬਾਅਦ ਵਿੱਚ ਇਸ ਤਰ੍ਹਾਂ ਜੋੜਿਆ ਗਿਆ ਕਿ ਇਹ ਭਾਰਤ ਦੇ ਉੱਤੇ ਇੱਕ ਤਰ੍ਹਾਂ ਦਾ ਨੁਕਸਾਨ ਹੋ ਸਕਦਾ, ਬਹੁਤ ਵੱਡਾ ਨੁਕਸਾਨ ਭਾਰਤ ਦੇਸ਼ ਨੂੰ ਸਹਿਣਾ ਪੈ ਸਕਦਾ। ਐਦਾਂ ਦੀਆਂ ਵੀ ਐਲੀਗੇਸ਼ਨਸ, ਐਦਾਂ ਦੇ ਵੀ ਕੰਸਰਨ ਸਾਹਮਣੇ ਆਏ ਕਿ ਆਪਣੀਆਂ ਬੈਂਕਾਂ ਨੂੰ ਨੁਕਸਾਨ ਹੋ ਸਕਦਾ। ਮੈਂ ਚਾਹੁੰਦੀ ਹਾਂ ਕਿ ਤੁਸੀਂ ਇੱਕ ਵਾਰੀ ਇਸ ਪੂਰੇ ਇਸ਼ੂ ਨੂੰ ਇਨ ਦਾ ਵਾਈਡਰ ਕੰਟੈਕਸਟ, ਕਿ ਠੀਕ ਹੈ ਅਡਾਨੀ ਦੇ ਉੱਤੇ ਕੋਈ ਰਿਪੋਰਟ ਆਈ ਹੈ, ਉਹ ਰਿਪੋਰਟ ਸਹੀ ਹੋ ਸਕਦੀ, ਗਲਤ ਹੋ ਸਕਦੀ, ਪਰ ਇਹਦਾ ਭਾਰਤ ਨੂੰ ਕੀ ਨੁਕਸਾਨ ਹੈ ਔਰ ਭਾਰਤ ਦੀ ਸਰਕਾਰ ਦਾ ਇਹਦੇ ਤੇ ਕੀ ਪ੍ਰਤੀਕਰਮ ਆਇਆ ਹੈ? ਪਲੀਜ਼ ਸਰ। ਜਿੱਥੋਂ ਤੱਕ ਨਾ ਅਡਾਨੀ ਗਰੁੱਪ ਦੇ ਸਮੂਹ ਦਾ ਸਬੰਧ ਹੈਗਾ, ਉਹਨਾਂ ਦੀ ਜਿਹੜੀ ਰੇਟਿੰਗ ਸੀਗੀ ਅੱਜ ਤੋਂ ਹਫ਼ਤਾ ਪਹਿਲੇ, ਦੇ ਵਰ ਕੰਸੀਡਰਡ ਕਿ ਸੈਕੰਡ ਰਿਚੈਸਟ ਮੈਨ ਇਨ ਦਾ ਵਰਲਡ ਸੀਗੇ ਐਲਨ ਮਸਕ ਤੋਂ ਬਾਅਦ। ਉਹ ਇੱਕਦਮ ਜਿਹੜਾ ਅੱਜ ਸਟੈਂਡਿੰਗ ਹੈਗੀ ਐਸ ਪਰ ਫੋਰਬਸ ਮੈਗਜ਼ੀਨ, ਜਿਹੜਾ ਦੁਨੀਆ ਦੇ ਵਿੱਚ ਇਸ ਰੁਝਾਵਾਂ ਦੇ ਬਾਰੇ ਆਪਣੀ ਪੂਰੀ ਅਥੈਂਟਿਸਿਟੀ ਦੇ ਨਾਲ ਰਿਪੋਰਟਿੰਗ ਕਰਦਾ, US ਬੇਸਡ ਮੈਗਜ਼ੀਨ ਆ। ਫੋਰਬਸ ਆਪ ਵੀ ਇੱਕ ਬਿਲੀਅਨਰ ਗਰੁੱਪ ਹੈਗਾ ਜਿਹਦਾ ਮੈਗਜ਼ੀਨ ਆ। ਉਹਨਾਂ ਦੀ ਰੇਟਿੰਗ ਮੁਤਾਬਕ ਹੁਣ ਇਹਦੀ 97 ਤੇ ਆ ਗਈ ਆ ਵਰਲਡ ਵਾਈਡ ਰੈਂਕਿੰਗ, ਐਂਡ ਸਟਿਲ ਸਲਾਈਡਿੰਗ। ਜਿਹੜੀ $108 ਬਿਲੀਅਨ ਕੱਲ ਤੱਕ ਰਕਮ ਸੀਗੀ, ਉਹ ਹੋਰ ਸਲਾਈਡ ਹੋ ਗਈ ਆ। ਇੱਥੋਂ ਤੱਕ ਕਿ ਜਿਹੜੀ ਡੋ ਜੋਨਸ, ਜਿਹੜੀ ਮੋਸਟ ਪ੍ਰੋਮੀਨੈਂਟ ਟ੍ਰੇਡਿੰਗ ਹੈਗੀ ਆ US ਦੇ ਵਿੱਚ, ਜਿਹੜਾ ਮਾਪਦੰਡ ਆ ਉੱਥੇ, ਉਹਨਾਂ ਨੇ ਆਪਣੇ ਸਸਟੇਨੇਬਿਲਿਟੀ ਜਿਹੜਾ ਉਹਨਾਂ ਦਾ ਇੰਡੈਕਸ ਆ, ਉਹਦੇ ਵਿੱਚੋਂ ਅਡਾਨੀ ਗਰੁੱਪ ਨੂੰ ਬਾਹਰ ਕਰਤਾ, ਤਾਂ ਕਿ ਇੱਥੇ ਅਡਾਨੀ ਗਰੁੱਪ ਦੇ ਕੋਈ ਸ਼ੇਅਰਸ ਦੀ ਖਰੀਦ ਜਾਂ ਉਹਦੀ ਕੋਈ ਮਤਲਬ ਕਿ ਪਰਚੇਸ ਜਾਂ ਉਦੋਂ ਮਤਲਬ ਕਿ ਵੇਚਣ ਤੇ ਸਾਰੇ ਤਰ੍ਹਾਂ ਦੀ ਉਹਨਾਂ ਨੇ ਰੋਕ ਲਾ ਲਈ ਆ। ਇਸੇ ਤਰ੍ਹਾਂ ਦੀਆਂ ਜਿੰਨੀਆਂ ਟੌਪ ਦੀਆਂ ਕ੍ਰੈਡਿਟ ਰੇਟਿੰਗਸ ਨੇ ਜਾਂ ਬੈਂਕਸ ਨੇ, ਉਹਨਾਂ ਨੇ ਵੀ ਜਿਹੜੇ ਅਡਾਨੀ ਦੇ ਸ਼ੇਅਰਸ ਨੇ ਉਹਨਾਂ ਨੂੰ ਐਸ ਕੋਲੈਕਟਰ ਲੈਣ ਤੋਂ ਮਨਾ ਕਰਤਾ। ਪਹਿਲੇ ਮੈਂ ਸਿਰਫ ਇੰਨਾ ਦੱਸਦਾ ਕਿ ਹਿਡਨਬਰਗ ਜਿਹੜੀ ਰਿਸਰਚ ਕੰਪਨੀ ਆ, ਉਹਦਾ ਕੀ ਇਤਿਹਾਸ ਆ। ਹਿਡਨਬਰਗ ਰਿਸਰਚ ਜਿਹੜਾ ਗਰੁੱਪ ਆ, ਇਹ 2017 ਦੇ ਵਿੱਚ ਫਾਰਮ ਹੋਇਆ ਸੀਗਾ ਬਾਈ ਨੈਥਨ ਐਂਡਰਸਨ, ਇਹ ਅਮਰੀਕਨ ਹੈਗਾ। ਇਹਨਾਂ ਨੇ ਇਸ ਤੋਂ ਪਹਿਲੇ, ਅਡਾਨੀ ਗਰੁੱਪ ਤੋਂ ਪਹਿਲੇ ਵੀ ਸੈਵਰਲ ਕੰਪਨੀਜ਼ ਦੇ ਵਿੱਚ ਜਿਹੜੀਆਂ ਸਟਾਕ ਮੈਨੀਪੂਲੇਸ਼ਨਸ ਹੋ ਰਹੀਆਂ ਸੀਗੀਆਂ, ਫਰਾਡੂਲੈਂਟ ਪ੍ਰੈਕਟਿਸਿਸ ਚੱਲ ਰਹੀਆਂ ਸੀਗੀਆਂ, ਉਹਨਾਂ ਤੇ ਉਹਨਾਂ ਨੇ ਮਤਲਬ ਕਿ ਰਿਪੋਰਟਿੰਗ ਕੀਤੀ ਸੀ। ਤੇ ਉਹਨਾਂ ਕੰਪਨੀਆਂ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਗਿਰਾਵਟ ਆਈ ਸੀ ਤੇ ਉਹ ਅੰਡਰ ਸਪੌਟਲਾਈਟ ਆ ਗਈਆਂ ਸੀ। ਸਾਰਿਆਂ ਨਾਲੋਂ ਪਹਿਲੇ ਇਹਨਾਂ ਨੇ ਕੀਤਾ ਸੀਗਾ, ਜਿਹੜੀ ਕੰਪਨੀ ਤੇ ਪਹਿਲੇ ਇਹਨਾਂ ਨੇ ਉਹ ਕੀਤਾ ਸੀ ਅਮਰੀਕਨ ਇਲੈਕਟ੍ਰਿਕ ਕਾਰ ਕੰਪਨੀ, ਜਿਹੜੀ ਕਿ ਨਿਕੋਲਾ ਕਾਰ, ਜਿਸ ਮਤਲਬ ਕਿ ਜਿਹਦਾ ਮਾਲਕ ਸੀਗਾ ਮਤਲਬ ਕਿ ਅਮਰੀਕਨ ਹੀ ਸੀਗਾ। ਉਹ ਅਲਟੀਮੇਟਲੀ ਉਹ ਅੰਡਰ ਇਨਵੈਸਟੀਗੇਸ਼ਨ ਆ ਗਿਆ ਸੀ ਫੈਡਰਲ ਏਜੰਸੀਜ਼ ਦੇ। ਇਸੇ ਤਰ੍ਹਾਂ ਇਹਨਾਂ ਨੇ ਨਿਕੋਲਾ ਕਾਰਪੋਰੇਸ਼ਨ ਨਾਲ ਕੀਤਾ ਸੀਗਾ, ਜਿਹੜਾ ਉਹ ਵੀ ਇਹਦੇ ਨਾਲ ਜੁੜੀ ਹੋਈ ਆ, ਅਮਰੀਕਨ ਇਲੈਕਟ੍ਰਿਕ ਕਾਰ ਕੰਪਨੀ, ਐਂਡ ਇਹਦਾ ਚੇਅਰਮੈਨ ਆ ਟਰੈਵਰ ਮਿਲਟਨ।
ਉਹ US ਇਨਵੈਸਟੀਗੇਸ਼ਨ ਦਾ ਸ਼ਿਕਾਰ ਹੋਇਆ ਤੇ ਉਸ ਤੋਂ ਬਾਅਦ ਉਹ ਮੇਰੇ ਖਿਆਲ ਚਾਰਜ ਸ਼ੀਟ ਵੀ ਹੋਇਆ ਹੈਗਾ। ਇਸੇ ਤਰ੍ਹਾਂ ਇਹਨਾਂ ਨੇ ਅਮਰੀਕਾ ਦੀ ਲਾਈਫ ਇੰਸ਼ੋਰੈਂਸ ਕੰਪਨੀ ਸੀਗੀ ਕਲੋਵਰ ਹੈਲਥ, ਉਹਨੂੰ ਇਨਵੈਸਟੀਗੇਟ ਕੀਤਾ। ਇਸੇ ਤਰ੍ਹਾਂ ਸਪੋਰਟਸ ਬੈਟਿੰਗ ਕੰਪਨੀ ਸੀਗੀ ਡਰਾਫਟ ਕਿੰਗਸ, ਇਸੇ ਤਰ੍ਹਾਂ ਐਨਰਜੀ ਕੰਪਨੀ ਸੀਗੀ ਔਰਮੈਨ ਟੈਕਨੋਲੋਜੀਜ਼, ਤੇ ਇਸ ਤੋਂ ਇਲਾਵਾ ਸੈਵਰਲ ਅਦਰ ਜਿਹੜੇ ਟੌਪ ਮਲਟੀਨੈਸ਼ਨਲ ਕਾਰਪੋਰੇਸ਼ਨ ਸੀਗੀਆਂ ਉਹਨਾਂ ਨੂੰ ਇਹਨਾਂ ਨੇ ਸਕੈਨਰ ਥੱਲੇ ਲਿਆਂਦਾ। ਤੇ ਇਹਨਾਂ ਨੇ ਜਿੰਨੀ ਵੀ ਅੱਜ ਤੱਕ ਰਿਪੋਰਟਿੰਗ ਕੀਤੀ ਆ ਉਹ ਚੈਲੰਜ ਨਹੀਂ ਹੋਈ, ਤੇ ਨਾ ਕਿਤੇ ਵੀ ਇਹ ਆਇਆ ਕਿ ਇਹਨਾਂ ਵੱਲੋਂ ਜਿਹੜੀ ਵੀ ਰਿਪੋਰਟ ਹੈਗੀ ਆ ਉਹ ਕਿਸੇ ਤਰ੍ਹਾਂ ਦੇ ਨਾਲ ਕੋਈ ਬਾਇਸਡ ਤੇ ਕਿਸੇ ਤਰ੍ਹਾਂ ਦੀ ਕੋਈ ਉਹ ਝੂਠੀ ਹੋਵੇ ਜਾਂ ਤੱਥਾਂ ਤੇ ਆਧਾਰਿਤ ਨਾ ਹੋਵੇ। ਇਹਨਾਂ ਨੇ ਮਤਲਬ ਕਿ ਅਡਾਨੀ ਕੰਪਨੀ ਦੇ ਵੀ ਜਿਹੜੀਆਂ ਸੈਵਰਲ ਆਫਸ਼ੋਰ ਕੰਪਨੀਜ਼ ਨੇ, ਸ਼ੈਲ ਕੰਪਨੀਜ਼ ਨੇ, ਡਿਫਰੈਂਟ ਕੰਟਰੀਜ਼ ਦੇ ਵਿੱਚ ਨੇ, ਮੇਨਲੀ ਯੂਨਾਈਟਿਡ ਅਰਬ ਐਮਰੇਟਸ ਦੁਬਈ ਦੇ ਵਿੱਚ ਨੇ, ਸਾਈਪਰਸ ਆ, ਸਿੰਗਾਪੁਰ ਆ ਤੇ ਮੌਰੀਸ਼ੀਅਸ ਦੇ ਵਿੱਚ। ਇਹਨਾਂ ਨੇ ਗਾਂ ਤੋਂ ਗਾਂ ਸ਼ੈਲ ਕੰਪਨੀਜ਼ ਬਣਾਈਆਂ ਨੇ ਕਿਉਂਕਿ ਉਹਦੇ ਰਾਹੀਂ ਇਹਨਾਂ ਨੂੰ ਸੇਫ ਟੈਕਸ ਹੈਵਨਸ ਮਿਲਦੇ ਨੇ। ਜਦੋਂ ਪਿਛਲੇ ਹਫਤੇ ਜਨਵਰੀ 23 ਕੇ 5 ਨੂੰ ਜਦੋਂ ਹਿੰਡਨਬਰਗ ਨੇ ਪਹਿਲੀ ਵਾਰੀ ਰਿਪੋਰਟਿੰਗ ਕੀਤਾ ਅਡਾਨੀ ਗਰੁੱਪ ਦੀ ਸਟਾਕ ਮੈਨੀਪੂਲੇਸ਼ਨਸ ਬਾਰੇ, ਤਾਂ ਉਹਨਾਂ ਨੇ ਇੱਕ 83 ਕੁਐਸਚਨਰਸ ਲਿਆਂਦੇ ਸੀਗੇ, ਜਿਹਦੇ ਚੋਂ ਅਡਾਨੀ ਨੇ ਸਿਰਫ 66 ਕੁਐਸਚਨ ਤੱਕ ਵੀ ਨਹੀਂ ਉਹ ਪਹੁੰਚ ਸਕੇ ਜਵਾਬ ਦੇ ਵਿੱਚ। ਉਹਦੇ ਜਵਾਬ 'ਚ ਇਹਨਾਂ ਨੇ 413 ਪੇਜਿਸ ਦੀ ਇੱਕ ਚਿੱਠੀ ਲਿਖੀ, ਡਾਕੂਮੈਂਟ ਸਾਹਮਣੇ ਲਿਆਂਦਾ ਦੁਨੀਆ ਦੇ, ਜਿਹਦੇ ਰਾਹੀਂ ਉਹਨਾਂ ਨੇ ਹਿੰਡਨਬਰਗ ਨੂੰ ਚੈਲੰਜ ਕਰਨਾ ਚਾਹਿਆ ਸੀ ਉਹਨਾਂ ਵੱਲੋਂ ਜਿਹੜੇ ਦੱਸੇ ਸੀ ਤੱਥ, ਪਰ ਉਹ ਕਿਤੇ ਵੀ ਆਪਣਾ ਗਰਾਊਂਡ ਹੋਲਡ ਨਹੀਂ ਕਰ ਸਕਿਆ। ਫਿਰ ਅਡਾਨੀ ਗਰੁੱਪ ਨੇ ਉਸੇ ਵਿੱਚ ਹੀ ਇੰਡੀਆ ਦੀ ਸੋਵਰੈਂਟੀ ਦਾ ਸਵਾਲ ਉਠਾਇਆ ਸੀ ਕਿ ਜਿਹੜਾ ਮੇਰੇ ਤੇ ਅਟੈਕ ਆ ਮੇਰੀ ਕੰਪਨੀਜ਼ ਤੇ, ਉਹ ਇੱਕ ਤਰ੍ਹਾਂ ਨਾਲ ਇੰਡੀਆ ਦੀ ਸੋਵਰੈਂਟੀ ਤੇ ਅਟੈਕ ਆ। ਤੁਹਾਨੂੰ ਯਾਦ ਹੋਣਾ ਮਨਵੀਰ ਕਿ ਆਪਾਂ ਕੁਛ ਚਿਰ ਪਹਿਲੇ ਇੱਕ ਵਾਲ ਸਟਰੀਟ ਜਰਨਲ ਦੀ ਰਿਪੋਰਟ ਬਾਰੇ ਵੀ ਜ਼ਿਕਰ ਕੀਤਾ ਸੀ, ਜਦੋਂ ਇੰਡੀਆ ਦੀ ਜਿਹੜੀ ਸਪੇਸ ਆਰਗੇਨਾਈਜੇਸ਼ਨ ਆ ਉਹਦਾ ਕਮਰਸ਼ੀਅਲ ਵਿੰਗ ਆ, ਜਿਹੜਾ ਕਮਰਸ਼ੀਅਲ ਆਰਮ ਆ, ਉਹਦਾ ਜਿਹੜਾ ਅਮਰੀਕਨ ਬੇਸਡ ਵਿਸ਼ਵਾਨਾਥ ਨਾਲ ਉਹਦੇ ਨਾਲ ਝਗੜਾ ਹੋਇਆ ਸੀਗਾ ਅਬਾਊਟ ਲੈਂਡ ਦੇਣ ਦਾ। ਉਹਨਾਂ ਦੀ ਡੀਲ ਹੋਈ ਸੀ, ਡੀਲ ਟੁੱਟ ਗਈ ਸੀ। ਉਸ ਤੋਂ ਬਾਅਦ ਉਹ ਕੰਪਨੀ ਨੂੰ ਹਰਜਾਨੇ ਵਜੋਂ $1.3 ਬਿਲੀਅਨ ਦਾ ਅਵਾਰਡ ਹੋਇਆ ਸੀ ਮਨੀ, ਜਿਹੜਾ ਕਿ ਅੱਜ ਤੱਕ ਦਿੱਤਾ ਨਹੀਂ ਗਿਆ ਉਸ ਨੂੰ। ਉਹਨੇ ਜਦੋਂ ਇੰਡੀਆ ਦੀ ਫਾਈਨੈਂਸ ਮਿਨਿਸਟਰ ਸੀਤਾਰਮਨ ਪਿਛਲੇ ਕੁਛ ਮਹੀਨੇ ਪਹਿਲੇ US ਗਈ, ਉਹਦੇ ਪਹਿਲੇ ਉਸ ਵਿਸ਼ਵਾਨਾਥਨ ਨੇ ਜਿਹੜਾ ਕਿ ਦੀਵਾਸ ਕੰਪਨੀ, ਉਹਨਾਂ ਨੇ ਇੱਕ ਐਡ ਦਿੱਤੀ ਸੀ ਵਾਲ ਸਟਰੀਟ ਜਰਨਲ 'ਚ। ਵਾਲ ਸਟਰੀਟ ਜਰਨਲ ਇੱਕ ਦੁਨੀਆ ਦਾ ਨਾਮੀ ਅਖਬਾਰ ਤੇ ਉਹ ਆਪਣਾ ਇੱਕ ਮਤਲਬ ਕਿ ਅਹਿਮੀਅਤ ਰੱਖਦਾ ਪ੍ਰੈਸ ਦੇ ਵਿੱਚ, ਉਹਦੀ ਰਿਪੋਰਟਿੰਗ ਦੇ ਵਿੱਚ। ਉਹਦੇ 'ਚ ਉਹਨਾਂ ਨੇ ਐਡ ਦਿੱਤੀ ਸੀ ਫੁੱਲ ਪੇਜ ਦੀ। ਐਡ ਦੇ ਵਿੱਚ ਉਹਨਾਂ ਨੇ ਸਵਾਲ ਖੜੇ ਕੀਤੇ ਸੀ ਇੰਡੀਆ ਦੀ ਜੁਡੀਸ਼ਰੀ ਤੇ ਕਿਸ ਤਰ੍ਹਾਂ ਉੱਥੋਂ ਦੀਆਂ ਇਨਵੈਸਟੀਗੇਸ਼ਨ ਏਜੰਸੀਜ਼ ਨੇ, ਖਾਸ ਕਰਕੇ ਐਨਫੋਰਸਮੈਂਟ ਡਾਇਰੈਕਟੋਰੇਟ, ਕਿਉਂਕਿ ਬਾਅਦ 'ਚ ਉਸ ਬੰਦੇ ਨੂੰ, ਉਸ ਕੰਪਨੀ ਨੂੰ ਇਹਨਾਂ ਨੇ ਮਨੀ ਲਾਂਡਰਿੰਗ ਐਕਟ ਵਿੱਚ ਉਲਝਾਉਣਾ ਚਾਹਿਆ ਸੀ, ਪਰ ਉਹ ਹੁਣ ਵਾਪਸ ਅਮਰੀਕਾ ਚਲਾ ਗਿਆ ਸੀਗਾ। ਉਹਨੇ ਆਪਣੀ ਜਿਹੜੀ ਐਡ ਵਿੱਚ ਅਪੀਲ ਕੀਤੀ ਸੀ US ਗਵਰਨਮੈਂਟ ਕਿ ਜਿਹੜੀ ਇੰਡੀਆ ਦੀ ਫਾਈਨੈਂਸ ਮਿਨਿਸਟਰ ਇਹਨੂੰ ਇਹਦੇ ਤੋਂ ਦੂਰੀ ਬਣਾ ਕੇ ਰੱਖੀ ਜਾਵੇ, ਕਿਉਂਕਿ ਇਹ ਜਿਹੜੇ ਹੈਗੇ ਸ਼ੈਲਟਰ ਕਰ ਰਿਹਾ ਫਰਾਡੂਲੈਂਟ ਮਈਅਰਸ, ਤੇ ਇਹਨਾਂ ਦੇ ਨਾਲ ਕਿਸੇ ਤਰ੍ਹਾਂ ਦਾ ਵੀ ਵਰਤਾਰਾ ਨਾ ਰੱਖਿਆ ਜਾਵੇ। ਉਹਨੇ ਬੜੀ ਡਿਟੇਲਡ ਇਹਦੇ ਵਰਸ਼ਨ ਦਿੱਤਾ ਸੀਗਾ। ਉਸ ਟਾਈਮ ਤੇ ਵੀ ਜਦੋਂ ਇੰਡੀਅਨ ਗਵਰਨਮੈਂਟ ਦੇ ਸਾਹਮਣੇ ਆਇਆ ਵਾਲ ਸਟਰੀਟ ਜਰਨਲ ਦੀ ਉਹ ਐਡ, ਤਾਂ ਇਹਨਾਂ ਨੇ ਸੇਮ ਅਡਾਨੀ ਵਾਲਾ ਇਸ਼ੂ ਉਠਾਇਆ ਸੀ ਕਿ ਇਹ ਜਿਹੜੀ ਐਡ ਦੇ ਰਾਹੀਂ ਇੰਡੀਆ ਦੀ ਸੋਵਰੈਂਟੀ ਤੇ ਅਟੈਕ ਆ। ਪਰ ਵਾਲ ਸਟਰੀਟ ਜਰਨਲ ਨੇ ਕਿਸੇ ਤਰ੍ਹਾਂ ਦਾ ਵੀ ਇਹਨਾਂ ਅੱਗੇ ਝੁਕਣ ਤੋਂ ਮਨਾ ਕਰਤਾ ਸੀ, ਕਿਉਂਕਿ ਵਾਲ ਸਟਰੀਟ ਜਰਨਲ ਇੱਕ ਆਪਣੀ ਸਟੈਂਡਿੰਗ ਰੱਖਦਾ ਵਰਲਡ ਵਾਈਡ। ਉਹਨਾਂ ਨੇ ਕਿਹਾ ਵੀ ਜੋ ਅਸੀਂ ਰਿਪੋਰਟ ਕਰ ਰਹੇ ਹਾਂ ਵੀ ਸਟੈਂਡ ਬਾਏ ਦੈਟ। ਫਿਰ ਇਸੇ ਤਰ੍ਹਾਂ ਹੁਣ ਅਡਾਨੀ ਗਰੁੱਪ ਨੇ ਇਹ ਇਸ਼ੂ ਉਠਾਏ ਨੇ। ਇੱਥੇ ਸਵਾਲ ਅਡਾਨੀ ਦਾ ਨਹੀਂਗਾ, ਇੱਥੇ ਹੈਗਾ ਕਿ ਜਿਹੜਾ ਇਸ ਦੀ ਪਿਛਲੇ ਕੁਝ ਸਾਲਾਂ ਵਿੱਚ ਐਡੀ ਵੱਡੀ ਚੜ੍ਹਤ ਹੋਈ ਆ, ਉਹ ਜਿਹੜਾ ਪੋਲੀਟੀਕਲ ਕਨੈਕਸ਼ਨਸ ਨੇ ਵਿਦ ਦਾ ਪ੍ਰਾਈਮ ਮਿਨਿਸਟਰ ਆਫ ਇੰਡੀਆ ਮਿਸਟਰ ਨਰਿੰਦਰ ਮੋਦੀ ਦੇ ਨਾਲ ਇਹਨਾਂ ਦੀ ਨੇੜਤਾ ਸਾਰਿਆਂ ਨੂੰ ਪਤਾ, ਉਹ ਪਬਲਿਕ ਡੋਮੇਨ 'ਚ ਆ। ਤੁਸੀਂ ਦੇਖੋ ਟਾਟਾ ਪਾਵਰ ਬਹੁਤ ਲੰਮੇ ਚਿਰ ਤੋਂ ਜਿਹੜੀ ਬੰਬੇ ਦੇ ਵਿੱਚ ਉਹ ਸਾਰੀ ਪਾਵਰ ਸਪਲਾਈ ਕਰਦੇ ਸੀ, ਪਰ ਅਡਾਨੀ ਗਰੁੱਪ ਨੇ ਪਿਛਲੇ ਕੁਝ ਸਾਲਾਂ 'ਚ ਉਹਨਾਂ ਨੂੰ ਵੀ ਉਸ ਫੀਲਡ 'ਚੋਂ ਬਾਹਰ ਕਰਤਾ। ਤੇ ਇੱਕ ਸੁਪਰੀਮ ਕੋਰਟ ਦੀ ਰੂਲਿੰਗ ਰਾਹੀਂ ਇਹਨਾਂ ਨੇ ਕੱਲਾ ਉਹਨਾਂ ਨੂੰ ਨਹੀਂ ਬਾਹਰ ਕੀਤਾ, ਇੱਦਾਂ ਦੀਆਂ 7 ਰੂਲਿੰਗਸ ਆਈਆਂ ਨੇ ਸੁਪਰੀਮ ਕੋਰਟ ਦੀਆਂ, ਮੋਸਟਲੀ ਬਾਏ ਪਰਟੀਕੂਲਰ ਜੱਜ, ਕਿਉਂਕਿ ਇਹਨਾਂ ਦੇ ਵੱਲੋਂ ਕੋਈ ਵੀ ਜਿਹੜੀ ਪਟੀਸ਼ਨ ਪਾਈ ਗਈ ਆ ਉਹਨੂੰ
ਇਮੀਡੀਏਟਲੀ ਟੇਕ ਅਪ ਕੀਤਾ ਗਿਆ ਸੁਪਰੀਮ ਕੋਰਟ ਵੱਲੋਂ। ਇਹਦੇ ਵਿੱਚ ਵੀ ਲੋਕਾਂ ਨੇ ਸਵਾਲ ਉਠਾਏ ਨੇ, ਈਵਨ ਟੌਪ ਦੇ ਲਾਇਰਸ ਨੇ ਵੀ ਇਸ ਤੇ ਕੁਐਸਚਨ ਕੀਤਾ, ਜਿਵੇਂ ਦਸ਼ਾਂਤ ਦੇਵ ਨੇ। ਇਸੇ ਤਰ੍ਹਾਂ ਇਹਨਾਂ ਨੇ ਰਾਜਸਥਾਨ, ਝਾਰਖੰਡ, ਤੇਲੰਗਾਨਾ, ਉੱਤਰ ਪ੍ਰਦੇਸ਼, ਮਤਲਬ ਕਿ ਸੈਵਰਲ ਅਦਰ ਸਟੇਟਸ, ਉਹਨਾਂ ਦੇ ਵਿੱਚ ਇਹਨਾਂ ਨੇ ਪਾਵਰ ਜਿਹੜੀ ਆਪਣੀ ਕਾਰਪੋਰੇਸ਼ਨ ਦੇ ਕੰਟਰੈਕਟਸ ਲਏ ਨੇ, ਉਹਦੇ ਰਾਹੀਂ ਦੂਸਰੀਆਂ ਜਿਹੜੀਆਂ ਉੱਥੇ ਪਹਿਲੇ ਪੈਰਵਾਲੈਂਟ ਸੀਗੀਆਂ ਉਹਨਾਂ ਕੰਪਨੀਆਂ ਨੂੰ ਸਰਪਾਸ ਕੀਤਾ। ਤੇ ਇਹਨਾਂ ਨੂੰ ਰਿਪੀਟਡਲੀ ਜਿਹੜਾ ਜੱਜ ਦਾ ਮੈਂ ਜ਼ਿਕਰ ਕਰ ਰਿਹਾ ਜਸਟਿਸ ਦਾ, ਇਸ ਟਾਈਮ ਤੇ ਉਹ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦੇ ਚੇਅਰਮੈਨ ਨੇ। ਉਹ ਸੁਪਰੀਮ ਕੋਰਟ ਵਿੱਚ ਲੰਮਾ ਚਿਰ ਰਹੇ ਆ ਸਿੰਸ 2014। ਫਿਰ ਜਦੋਂ ਰਿਟਾਇਰ ਹੋਏ ਉਸ ਤੋਂ ਬਾਅਦ ਉਹਨਾਂ ਨੂੰ ਨੈਸ਼ਨਲ ਹਿਊਮਨ ਰਾਈਟਸ ਕਮਿਸ਼ਨ ਦਾ ਚੇਅਰਮੈਨ ਲਾਤਾ ਸੀ। ਉਹਨਾਂ ਦੀ ਇਹ ਜ਼ਿਕਰ ਹੋ ਰਿਹਾ ਕਿ ਉਹਨਾਂ ਦੀ ਬਹੁਤ ਇੱਕ ਨੇੜਤਾ ਹੈਗੀ ਗੌਤਮ ਅਡਾਨੀ ਦੇ ਨਾਲ। ਇਸ ਕਰਕੇ ਜਿੰਨੀਆਂ ਰੂਲਿੰਗਸ ਸੱਤਾਂ ਦੀਆਂ ਆਈਆਂ ਨੇ ਸੁਪਰੀਮ ਕੋਰਟ 'ਚ ਫੇਵਰਿੰਗ, ਗੋਇੰਗ ਵੇ ਬਿਯੋਂਡ ਦਾ ਡਿਊ ਪ੍ਰੋਸੈਸ, ਉਹ ਸਾਰੀਆਂ ਰੂਲਿੰਗਸ ਉਹਨਾਂ ਨੇ ਟੇਕ ਅਪ ਕੀਤੀਆਂ ਸੀ। ਈਵਨ ਕਿ ਜਦੋਂ ਵਕੇਸ਼ਨ ਟਾਈਮ ਵੀ ਹੁੰਦਾ ਸੁਪਰੀਮ ਕੋਰਟ 'ਚ, ਉਦੋਂ ਵੀ ਉਹਨਾਂ ਨੇ ਹੀ ਇਮੀਡੀਏਟਲੀ ਇੰਟਰਵੀਨ ਕਰਕੇ ਜਿਹੜੀ ਵੀ ਕੋਈ ਅਡਾਨੀ ਗਰੁੱਪ ਨਾਲ ਸੰਬੰਧਿਤ ਪਟੀਸ਼ਨ ਸੀ ਉਹਦੇ ਤੇ ਉਹਨਾਂ ਨੇ ਟੇਕ ਅਪ ਕੀਤਾ ਮੈਟਰ। ਉਹਨਾਂ ਨੇ ਜਿੰਨੀਆਂ ਵੀ ਰੂਲਿੰਗਸ ਦਿੱਤੀਆਂ ਉਹ ਅਡਾਨੀ ਗਰੁੱਪ ਨੂੰ ਫੇਵਰ ਕਰਦੀਆਂ ਸੀ। ਈਵਨ ਜਿਹੜਾ ਕੋਲ ਦਾ ਇਸ਼ੂ ਆ, ਕੋਲ ਦੇ ਇਸ਼ੂ ਦੇ ਵਿੱਚ ਇੰਡੀਅਨ ਗਵਰਨਮੈਂਟ ਦਾ ਹੁਣ ਟੂ ਫੇਵਰ ਅਡਾਨੀ ਗਰੁੱਪ ਇਹ ਕਿਹਾ ਗਿਆ ਸਾਰੀਆਂ ਸਟੇਟਸ ਨੂੰ ਕਿ ਤੁਸੀਂ ਸਰਟਨ ਪਰਸੈਂਟੇਜ ਆਫ ਜਿਹੜਾ ਕੋਲ ਆ ਉਹ ਤੁਸੀਂ ਇੰਪੋਰਟਡ ਕੋਲ ਲੈਣਾ, ਜਦ ਕਿ ਕੋਲ ਆਪਣੇ ਕੋਲੇ ਇੰਡੀਆ ਦੇ ਵਿੱਚ, ਇੰਡੀਆ 'ਚ ਮੌਜੂਦ ਆ ਕੋਲ, ਪਰ ਜਿਹੜਾ ਬਾਹਰੋਂ ਕੋਲ ਮੰਗਾਇਆ ਜਾਂਦਾ ਉਹ ਜਿਹੜਾ ਹੈਗਾ ਬਹੁਤ ਜ਼ਿਆਦਾ ਪ੍ਰਾਈਸ ਵੱਧ ਦੇ ਵਿੱਚ ਮੰਗਾਇਆ ਜਾਂਦਾ, ਤੇ ਉਹਦਾ ਸਾਰਾ ਕੰਟਰੋਲ ਗੌਤਮ ਅਡਾਨੀ ਗਰੁੱਪ ਕੋਲੇ ਆ। ਇਹਨਾਂ ਦੀ ਜਿਹੜੀ ਅਡਾਨੀ ਪਾਵਰ ਕਾਰਪੋਰੇਸ਼ਨ ਆ ਉਹ ਸਾਰਾ ਉਸ ਨੂੰ ਹੈਂਡਲ ਕਰਦੀ ਆ। ਹੁਣ ਕਿਉਂਕਿ ਇਸੇ ਨਾਲ ਜੁੜਿਆ ਇੱਕ ਸਵਾਲ ਮੇਰਾ ਲੈ ਲਓ ਸਰ, ਫਿਰ ਉਹਨੂੰ ਵਿੱਚ ਤੁਸੀਂ ਇਨਕਲੂਡ ਕਰਨਾ ਜ਼ਰੂਰ। ਸਵਾਲ ਇਹੀ ਆਏਗਾ ਲੋਕ ਮਨਾਂ ਦੇ ਵਿੱਚ ਕਿ ਜਦੋਂ ਐਡੇ ਵੱਡੇ ਇੰਡਸਟਰੀਅਲਿਸਟ ਦੇ ਉੱਤੇ ਐਡੇ ਡਰਾਮੈਟਿਕ ਐਲੀਗੇਸ਼ਨਸ ਲੱਗਦੇ ਨੇ ਔਰ ਉਹਦਾ ਡਰਾਮੈਟਿਕ ਰਾਈਜ਼ ਵੀ ਪਹਿਲਾਂ ਦੇਖਿਆ ਭਾਰਤ ਨੇ, ਔਰ ਹੁਣ ਐਵੇਂ ਲੱਗਦਾ ਹੈ ਕਿ ਦਿਸ ਮੇ ਬੀ ਅ ਡਰਾਮੈਟਿਕ ਫਾਲ ਐਜ਼ ਵੈਲ। ਸੋ ਜਦੋਂ ਭਾਰਤ ਇੱਕ ਪਾਸੇ ਆਪਣੇ ਸਾਰੇ ਹੀ ਇੰਸਟੀਟਿਊਸ਼ਨਸ ਨੂੰ ਪ੍ਰਾਈਵੇਟਾਈਜ਼ ਕਰ ਰਿਹਾ ਔਰ ਵੱਡੇ ਕੈਪੀਟਲਿਸਟਾਂ ਦੇ ਹੱਥ ਦੇ ਵਿੱਚ ਦੇ ਰਿਹਾ, ਜਿਹਦੇ ਵਿੱਚੋਂ ਅਡਾਨੀ ਐਂਟਰਪ੍ਰਾਈਜ਼ਸ ਦੇ ਕੋਲ ਬਹੁਤ ਕੁਛ ਹੈ ਜੀ। ਤੁਸੀਂ ਨਾਮ ਲਈਏ ਤਾਂ ਪੋਰਟਸ ਤੋਂ, 에ਅਰਪੋਰਟਸ ਤੋਂ, ਰੇਲਵੇਜ਼ ਤੋਂ, ਕੋਲ ਮਾਈਨਸ ਤੋਂ, ਹਰ ਇੱਕ ਚੀਜ਼, ਐਂਡ ਈਵਨ ਹੁਣ ਤਾਂ ਐਨਡੀਟੀਵੀ ਵੀ। ਸੋ ਇਹਦਾ ਭਾਰਤ ਨੂੰ ਨੁਕਸਾਨ ਕੀ ਹੋ ਸਕਦਾ ਹੈ? ਜਿਹੜੀ ਭਾਰਤ ਦੀ ਇਕਨੋਮੀ ਆ ਨਾ, ਤੇ ਇਹਨਾਂ ਦੇ ਜਿਹੜੇ ਨੈਸ਼ਨਲਾਈਜ਼ਡ ਬੈਂਕਸ ਨੇ, ਚਾਹੇ ਇੰਸ਼ੋਰੈਂਸ ਕੰਪਨੀਆਂ, ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ, ਇਸੇ ਤਰ੍ਹਾਂ ਜਿਵੇਂ ਪੋਰਟਸ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਈਵਨ ਕਿ 에ਅਰਫੋਰਸ ਦੇ ਜਿਹੜੇ 에ਅਰਕ੍ਰਾਫਟ ਦਾ ਕੰਟਰੈਕਟ ਆ ਉਹ ਵੀ ਅਡਾਨੀ ਗਰੁੱਪ ਨੂੰ ਦਿੱਤਾ ਗਿਆ, ਕਿਉਂਕਿ ਇਹਦੇ ਨਾਲ ਜਿਹੜੀ ਕਿੰਨੀਆਂ 에ਅਰਪੋਰਟਸ ਅਡਾਨੀ ਗਰੁੱਪ ਕੋਲੇ ਨੇ, ਕੁਛ ਲੀਜ਼ ਦੇ ਨੇ, ਕੁਛ ਇਹਨਾਂ ਨੂੰ ਭਾਈਵਾਲੀ ਵਿੱਚ ਦਿੱਤੀਆਂ ਗਈਆਂ ਨੇ। ਉਸ ਚੀਜ਼ ਦੇ ਦੌਰਾਨ ਆਪਾਂ ਦੇਖਿਆ ਕਿ ਜਿਹੜੀ ਮੁੰਦਰਾ ਪੋਰਟ ਆ ਗੁਜਰਾਤ ਦੇ ਵਿੱਚ, ਉਹ ਕਾਫੀ ਚਰਚਾ ਚ ਰਹੀ ਆ, ਕਿਉਂਕਿ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਡਰੱਗ ਸੀਜ਼ਰਸ ਹੋਏ ਨੇ ਪਿਛਲੇ ਕੁਛ ਮਹੀਨਿਆਂ ਦੇ ਵਿੱਚ, ਇਹ ਸਾਲ 'ਚ, ਉਹ ਸਾਰਿਆਂ ਨਾਲੋਂ ਜ਼ਿਆਦਾ ਜਿਹੜੀ ਟਨਾਂ ਦੇ ਹਿਸਾਬ ਨਾਲ ਡਰੱਗ ਆਈ ਆ ਉਹ ਮੁੰਦਰਾ ਪੋਰਟ ਦੇ ਰਾਹੀਂ ਆਈ ਆ, ਜਿਹੜੀ ਕਿ ਪ੍ਰਾਈਵੇਟਲੀ ਓਨਡ ਬਾਏ ਅਡਾਨੀ ਗਰੁੱਪ ਆ। ਇਸੇ ਤਰ੍ਹਾਂ ਜਿਹੜੀਆਂ ਬੈਂਕਸ ਨੇ, ਬੈਂਕਸ ਦੇ ਜਾਂ 40% ਐਕਸਪੋਜ਼ਰ ਆ ਥਰੂ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ। ਜੇ ਉਹਦੇ ਸ਼ੇਅਰਸ ਡਿੱਗੇ ਨੇ ਜਿਵੇਂ, ਉਹਦੇ ਨਾਲ ਵੈਲੂਏਸ਼ਨ ਦੇ ਵਿੱਚ ਬੈਂਕਸ ਤੇ ਵੀ ਸਵਾਲ ਖੜਾ ਹੁੰਦਾ, ਕਿਉਂਕਿ ਜਿਹੜੇ ਉਹਨਾਂ ਨੇ ਸਟਾਕ ਮੈਨੀਪੂਲੇਸ਼ਨ ਕਰਕੇ ਆਪਣੇ ਸ਼ੇਅਰ ਜਿਹੜੇ ਕਿ ਸ਼ੁਰੂ ਦੇ ਵਿੱਚ 130 ਰੁਪਏ ਦੇ ਸੀ, ਉਹ ਇਮੀਡੀਏਟਲੀ ਜੰਪ ਕਰ ਗਏ 4000 ਰੁਪੀਸ। ਇਹਨਾਂ ਦੀ ਜਿਹੜੀ ਵੈਲਥ ਹੈਗੀ ਆ ਪਿਛਲੇ ਸਾਲ ਦੇ ਵਿੱਚ 900% ਉਹ ਵੈਲਥ ਦੇ ਵਿੱਚ ਵੈਲੂਏਸ਼ਨ 'ਚ ਇਨਕਰੀਜ਼ ਹੋਈ ਆ। ਉਸੇ ਤਰ੍ਹਾਂ ਹੀ ਡਰਾਮੈਟਿਕ ਫਾਲ ਹੋਈ ਆ, ਜਿਹੜੀ ਕਿ ਇਹਨਾਂ ਦੀ ਜਿਹੜੀ ਇੱਕ ਰਿਪੋਰਟ ਨੇ ਹਿਡਨਬਰਗ ਦੀ ਨੇ ਸਾਰੀ ਦੁਨੀਆ ਵਿੱਚ ਤਰਥੱਲੀ ਮਚਾਤੀ। ਤੇ ਉਸ ਚੀਜ਼ ਦੇ ਨਾਲ ਜਿਹੜੇ ਇੰਡੀਅਨ ਇਕਨੋਮੀ ਆ, ਜਿਹੜੀ ਕਿ ਬਹੁਤ ਵੱਡੇ ਪੱਧਰ ਤੇ ਅਡਾਨੀ ਐਂਟਰਪ੍ਰਾਈਜ਼ਸ ਦੇ ਨਾਲ ਉਹ ਜੁੜੀ ਹੋਈ ਆ। ਜੇ ਅਡਾਨੀ ਗਰੁੱਪ ਕੱਲ ਨੂੰ ਬੈਂਕਰਪਟ ਹੁੰਦਾ, ਜਿਹੜਾ ਕਿ ਲੱਗ ਰਿਹਾ ਹੁਣ, ਤਾਂ ਉਹਦੇ ਨਾਲ ਜਿਹੜਾ ਇਕਨੋਮੀ ਤੇ ਭਾਰ ਪੈਣਾ ਇੰਡੀਆ ਦੀ ਤੇ, ਉਹ ਇੱਕ ਮੈਟਰ ਆਫ ਫੈਕਟ ਆ ਐਂਡ ਇਵੈਂਚੁਅਲਿਟੀ ਆ ਕਿ ਇਟ ਕੈਨ ਹੈਪਨ। ਚਾਹੇ ਉਹ ਪੋਰਟਸ ਬਹਿੰਦੀਆਂ ਨੇ, ਚਾਹੇ ਜਿਵੇਂ ਪਾਵਰ ਦਾ ਐਡਾ ਵੱਡਾ ਨੈਟਵਰਕ ਆ, ਉਹਦਾ ਜਿਹੜਾ ਹੋਊਗਾ ਘਾਟਾ, ਤਾਂ ਜਿਵੇਂ ਉਹ ਕਲੈਪਸ ਕਰੂਗਾ
ਤਾਂ ਉਹਦਾ ਭਾਰ ਸਾਰਾ ਇੰਡੀਅਨ ਇਕਨੋਮੀ ਤੇ ਆਉਣਾ। ਇਸ ਜੀ ਬਾਰੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਆਪਣੇ ਸਾਰੇ ਕੁਛ ਕਿ ਪ੍ਰਾਈਵੇਟ ਬੈਂਕਸ ਵੀ ਇਨਵੋਲਵ ਨੇ, ਉਹਨਾਂ ਨੇ ਸਾਰੇ ਬੈਂਕਸ ਤੋਂ ਵੇਰਵਾ ਮੰਗਿਆ ਕਿ ਤੁਹਾਡੀ ਕਿੰਨੇ % ਲੈਣ ਦੇਣ ਹੈਗਾ ਅਡਾਨੀ ਗਰੁੱਪ ਦੇ ਨਾਲ। ਉਹ ਹਜੇ ਤੱਕ ਤਾਂ ਬੈਂਕਸ ਦੀ ਜੋ ਸਟੇਟਮੈਂਟ ਆਈ ਹੈ ਕਿ ਨਹੀਂ ਅਸੀਂ ਵਾਇਬਲ ਆ। ਇਸੇ ਤਰ੍ਹਾਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਹੈ ਜਿਹਦੇ ਵਿੱਚ ਆਮ ਲੋਕਾਂ ਦਾ ਪੈਸਾ ਜੁੜਿਆ ਹੋਇਆ ਹੈਗਾ। ਉਹ ਲੋਕਾਂ ਦੇ ਜਿਸ ਤਰ੍ਹਾਂ ਇਹਦੇ ਸ਼ੇਅਰਸ ਡਿੱਗੇ ਨੇ ਉਹਦੇ ਨਾਲ ਜਿਹੜਾ ਆਮ ਲੋਕਾਂ ਦੀ ਇਹਦੇ ਵਿੱਚ ਸੀਗੀ ਹਿੱਸੇਦਾਰੀ, ਉਹਨਾਂ ਦੀ ਬਹੁਤ ਵੱਡੇ ਪੱਧਰ ਤੇ ਬੈਂਕਰਪਸੀ ਹੋ ਜਾਣੀ ਆ। ਉਹ ਜਿਹੜਾ ਇੱਕ ਤਰ੍ਹਾਂ ਦੇ ਨਾਲ ਸਲਾਈਡ ਆਊਗੀ, ਉਹਦਾ ਕੌਣ ਜ਼ਿੰਮੇਵਾਰ ਆ? ਇਸ ਚੀਜ਼ ਨੇ ਬੜੇ ਵੱਡੇ ਇੰਡੀਆ ਦੀ ਪ੍ਰਾਈਵੇਟਾਈਜੇਸ਼ਨ ਦੇ ਜਿਹੜੇ ਮਈਅਰ ਸੀਗੇ ਵਿਦਆਊਟ ਐਨੀ ਚੈਕਸ ਐਂਡ ਬੈਲੈਂਸਿਸ, ਉਹਦੇ ਤੇ ਕੁਐਸਚਨ ਮਾਰਕ ਉਠਾਤਾ। ਜਿਸ ਤਰ੍ਹਾਂ ਸੁਪਰੀਮ ਕੋਰਟ ਦੀਆਂ ਰਿਪੀਟਡ ਰੂਲਿੰਗਸ ਅਡਾਨੀ ਗਰੁੱਪ ਨੂੰ ਫੇਵਰ ਕਰਦੀਆਂ ਸੀ, ਉਹ ਕਿਹਦੀ ਬਹਿਸ ਤੇ ਕਰਦੀਆਂ ਸੀ? ਤੇ ਕਿਉਂ ਇੱਕ ਪਾਰਟਿਕੂਲਰ ਜਸਟਿਸ ਅਰੁਣ ਕੁਮਾਰ ਮਿਸ਼ਰਾ ਹਮੇਸ਼ਾ ਉਹਨਾਂ ਰੂਲਿੰਗਸ ਦੇ ਵਿੱਚ ਜਿਹੜਾ ਉਹਦਾ ਕਰਤਾ ਧਰਤਾ ਸੀ, ਉਹੀ ਜਸਟਿਸ ਕਿਉਂ ਰਿਹਾ? ਇਹ ਜਿਹੜੀ ਈਵਨ CBI ਦੇ ਕੇਸ ਨੇ ਗੌਤਮ ਅਡਾਨੀ ਗਰੁੱਪ ਦੇ, ਉਹ ਕਦੀ ਕਿਸੇ ਤਰ੍ਹਾਂ ਕਿਸੇ ਪ੍ਰਕਿਰਿਆ 'ਚ ਹੀ ਨਹੀਂ ਆਏ ਬਿਕੋਜ਼ ਆਫ ਹਿਸ ਮੈਨੀਪੂਲੇਸ਼ਨਸ। ਈਵਨ ਜੇ ਆਪਾਂ ਟੈਕਸ ਪੇਅਰਸ ਦੇਖ ਲਈਏ, ਜਿਹੜੇ ਟੌਪ ਦੇ 10 ਟੈਕਸ ਪੇਅਰਸ ਨੇ ਇੰਡੀਆ ਦੇ ਵਿੱਚ, ਚਾਹੇ ਉਹ ਟਾਟਾ ਗਰੁੱਪ ਆ, ਚਾਹੇ ਬਿਰਲਾ ਗਰੁੱਪ ਆ, ਚਾਹੇ ਹੋਰ ਨੇ, ਉਹਨਾਂ 10 ਗਰੁੱਪਸ ਦੇ ਵਿੱਚ ਕਿਤੇ ਵੀ ਅਡਾਨੀ ਗਰੁੱਪ ਦਾ ਨਾਂ ਨਹੀਂ ਗਾ। ਇੱਕ ਸਭ ਨਾਲੋਂ ਅਮੀਰ ਹੋਣ ਦੇ ਨਾਤੇ ਕੀ ਇਹ ਇੰਨਾ ਟੈਕਸ ਵੀ ਨਹੀਂ ਦੇ ਰਿਹਾ ਕਿ ਜਿਹਦੇ ਕਰਕੇ ਉਤਲੇ ਜਿਹੜੇ 10 ਟੈਕਸ ਪੇਅਰਸ ਨੇ ਉਹਦੇ ਵਿੱਚ ਇਸ ਗਰੁੱਪ ਦਾ ਨਾਂ ਆਉਂਦਾ ਹੋਵੇ। ਇਹਨਾਂ ਦੀਆਂ ਜਿਹੜੇ ਬੰਗਲਾਦੇਸ਼ ਦੇ ਨਾਲ ਇੰਡੀਅਨ ਗਵਰਨਮੈਂਟ ਹੁਣ ਆਪਣੇ ਪੈਰ ਪਿੱਛੇ ਖਿੱਚ ਰਹੀ ਆ, ਪਰ ਇਹਨਾਂ ਦੀ ਇੰਟਰਵੈਂਸ਼ਨ ਦੇ ਨਾਲ ਉੱਥੇ ਬੰਗਲਾਦੇਸ਼ ਦੀ ਪਾਵਰ ਕਾਰਪੋਰੇਸ਼ਨ ਦੇ ਨਾਲ ਅਡਾਨੀ ਗਰੁੱਪ ਦੀ ਬਹੁਤ ਵੱਡੀ ਡੀਲ ਹੋਈ ਸੀ 2017 'ਚ। ਉਦੋਂ ਵੀ ਜਿਹੜੀ ਪ੍ਰਾਈਮ ਮਿਨਿਸਟਰ ਆ ਬੰਗਲਾਦੇਸ਼ ਦੀ ਸ਼ੇਖ ਹਸੀਨਾ, ਉਹਨਾਂ ਨੇ ਸਵਾਲ ਉਠਾਇਆ ਸੀ ਕਿ ਸਾਨੂੰ ਬਹੁਤ ਮਹਿੰਗੇ ਭਾਅ ਤੇ ਦਿੱਤਾ ਜਾ ਰਿਹਾ। ਹੁਣ ਜਦੋਂ ਅਡਾਨੀ ਗਰੁੱਪ ਤੇ ਕੁਐਸਚਨ ਉੱਠੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹਨੂੰ ਰੀਵੈਲੂਏਟ ਕੀਤਾ ਜਾਵੇ ਇਸ ਡੀਲ ਨੂੰ, ਤੇ ਇਹਦੀ ਵੈਲਿਊਏਸ਼ਨ ਦੇ ਵਿੱਚ 40% ਥੱਲੇ ਲਿਆਂਦਾ ਜਾਵੇ, ਤਾਂ ਹੀ ਇਹ ਡੀਲ ਸਸਟੇਨ ਕਰੂਗੀ। ਇਸੇ ਤਰ੍ਹਾਂ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਇੰਗਲੈਂਡ ਦੇ ਬੋਰਿਸ ਜੌਨਸਨ, ਉਹਨਾਂ ਦਾ ਬ੍ਰਦਰ ਨੇ ਪਿਛਲੇ ਜੂਨ ਦੇ ਵਿੱਚ ਇਸ ਗਰੁੱਪ ਦੇ ਵਿੱਚ ਜੁਆਇਨ ਕੀਤਾ ਸੀ ਥਰੂ ਅਲੈਰਾ ਕਾਰਪੋਰੇਸ਼ਨ ਦੇ। ਉਹਨਾਂ ਦਾ ਵੀ ਨਾਂ ਆ ਰਿਹਾ ਕਿ ਉਹਨਾਂ ਨੇ ਵੀ ਜਿਹੜੀ ਸਟਾਕ ਮੈਨੂਪੂਲੇਸ਼ਨਸ ਨੇ ਉਹਦੇ ਵਿੱਚ ਇਹਨਾਂ ਨੇ ਕੋਈ ਨਾ ਕੋਈ ਪਾਰਟ ਪਲੇ ਕਰਤਾ। ਹੁਣ ਬੋਰਿਸ ਜੌਨਸਨ ਦੇ ਬ੍ਰਦਰ ਜੋ ਜੌਨਸਨ ਨੇ ਕੱਲ ਰਿਜ਼ਾਈਨ ਕਰਤਾ ਉਸ ਡਾਇਰੈਕਟਰਸ਼ਿਪ ਤੋਂ। ਇਸੇ ਤਰ੍ਹਾਂ ਇੰਡੀਆ ਦਾ ਇੱਕ ਬਹੁਤ ਨਾਮੀ ਇਕਨੋਮਿਸਟ ਜਿਹੜਾ ਕਿ ਲਾਰਡ ਆ ਇਸ ਟਾਈਮ ਤੇ ਇੰਗਲੈਂਡ ਦੇ ਵਿੱਚ, ਜਿਹੜਾ ਹਾਊਸ ਆਫ ਲਾਰਡਸ ਦੇ ਵਿੱਚ, ਮੈਗਨਾਥ ਦੇਸਾਈ, ਉਹ ਵੀ ਇਸ ਗਰੁੱਪ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਜੁੜਿਆ ਹੋਇਆ। ਹੁਣ ਉਹ ਆਪਣੀ ਸਫਾਈ ਜੋ ਜੌਨਸਨ ਤੇ ਮਿਸਟਰ ਦੇਸਾਈ, ਲਾਰਡ ਦੇਸਾਈ, ਉਹ ਇਹ ਕਹਿ ਰਹੇ ਕਿ ਸਾਨੂੰ ਇਸ ਚੀਜ਼ ਬਾਰੇ ਕੋਈ ਪਤਾ ਨਹੀਂ ਸੀਗਾ, ਅਸੀਂ ਆਪਣੇ ਵੱਲੋਂ ਗੁੱਡ ਇੰਟੈਂਸ਼ਨਸ ਤੇ ਕਰਕੇ ਇਸ ਗਰੁੱਪ ਨਾਲ ਜੁੜੇ ਸੀ। ਪਰ ਉਹਨਾਂ ਦੀ ਜਿਹੜੀ ਜਿਸ ਤਰ੍ਹਾਂ ਦੀ ਵੀ ਇਹਦੇ ਨਾਲ ਐਸੋਸੀਏਸ਼ਨ ਆ, ਉਹਨੂੰ ਫਾਈਨੈਂਸ਼ੀਅਲ ਐਕਸਪ੍ਰੈਸ, ਜਿਹੜਾ ਵਨ ਆਫ ਦਾ ਲੀਡਿੰਗ ਨਿਊਜ਼ਪੇਪਰ ਹੈ ਇੰਗਲੈਂਡ ਦਾ, ਉਹਨਾਂ ਨੇ ਉਹਨੂੰ ਕੁਐਸਚਨ ਮਾਰਕ 'ਚ ਲਿਆਂਦਾ ਵੀ ਕਿਤੇ ਇਸ ਤਰ੍ਹਾਂ ਦੀ ਡੀਲਿੰਗਸ ਦੇ ਨਾਲ ਅਡਾਨੀ ਗਰੁੱਪ ਨੂੰ ਅਨਡਿਊ ਫੇਵਰਸ ਮਿਲੀਆਂ ਨੇ। ਇਸੇ ਤਰ੍ਹਾਂ ਇਹਨਾਂ ਦੀਆਂ ਜਿਹੜੀਆਂ ਸ਼ੈਲ ਕੰਪਨੀਆਂ ਨੇ ਜਿਹਦੇ ਰਾਹੀਂ ਇਹਨਾਂ ਨੇ ਟੈਕਸ ਹੈਵਨਸ ਦੇ ਮਤਲਬ ਕਿ ਉਹਦੀਆਂ ਸ਼ੋਰਟਸ ਲਈਆਂ ਨੇ। ਇਸੇ ਤਰ੍ਹਾਂ ਜਦੋਂ ਪੰਡੋਰਾ ਬਾਕਸ ਖੁੱਲਿਆ ਸੀ ਪੈਨਮਾ ਪੇਪਰਸ ਦਾ, ਉਦੋਂ ਵੀ ਅਡਾਨੀ ਗਰੁੱਪ ਦਾ ਨਾਂ ਆਇਆ ਸੀ। ਈਵਨ ਕਿ ਜਿਹੜੀ ਇੱਕ ਟੌਪ ਦਾ ਗਰੁੱਪ ਆ ਕ੍ਰੈਡਿਟ ਰੇਟਿੰਗਸ ਦਾ, ਉਹਨਾਂ ਨੇ ਅਗਸਤ 2022 ਦੇ ਵਿੱਚ ਇਸ ਕੰਪਨੀ ਬਾਰੇ ਰੈੱਡ ਫਲੈਗ ਕੀਤਾ ਸੀ ਕਿ ਇਹਦੇ ਵਿੱਚ ਸਭ ਕੁਝ ਜੋ ਦਿਖ ਰਿਹਾ ਉਹ ਇੱਕ ਮੈਨੂਪੂਲੇਸ਼ਨ ਆ, ਕਿ ਸਟਾਕ ਪ੍ਰਾਈਸਿਸ ਨੂੰ ਪਹਿਲੇ ਜੰਪ ਕੀਤਾ ਜਾਂਦਾ ਫਿਰ ਡੰਪ ਕੀਤਾ ਜਾਂਦਾ। ਮੇਰਾ ਇੱਕ ਸਵਾਲ ਹੋਰ ਇਹਦੇ 'ਚ ਤੁਸੀਂ ਐਡ ਕਰੋ ਪਲੀਜ਼। ਉਹ ਸਵਾਲ ਇਹੀ ਹੈ ਕਿ ਭਾਰਤ ਸਰਕਾਰ ਦਾ ਇਸ ਪ੍ਰਤੀ ਰਵੱਈਆ, ਇਸ ਹਿੰਡਨਬਰਗ ਰਿਪੋਰਟ ਪ੍ਰਤੀ ਰਵੱਈਆ ਜਿਹੜਾ ਕਿਵੇਂ ਦਾ ਸੀ? ਦੇਖੋ, ਮੈਂ ਇਹਦੇ ਵਿੱਚ ਇਹ ਵੀ ਕਹਿਣਾ ਚਾਹਾਂਗੀ ਕਿ ਭਾਰਤ ਦੇ ਲੋਕਾਂ ਨੂੰ ਹਜੇ ਇਹੀ ਨਹੀਂ ਪਤਾ ਕਿ ਕੀ ਉਹ ਰਿਪੋਰਟ ਸਹੀ ਹੈ ਜਾਂ ਕੀ ਉਹ ਰਿਪੋਰਟ ਗਲਤ ਹੈ। ਪਰ ਇਹ ਚੀਜ਼ ਆਪਣੇ ਲੋਕਾਂ ਨੂੰ, ਆਪਣੇ ਸਬਜੈਕਟਸ ਨੂੰ ਸਰਕਾਰ ਹੀ ਕਲੀਅਰ ਕਰ ਸਕਦੀ ਹੈ। ਕਿ ਭਾਰਤ ਦੀ ਸਰਕਾਰ ਨੇ ਕੋਈ ਕਮੇਟੀ, ਕਮਿਸ਼ਨ ਬਣਾਇਆ ਜਾਂ ਬਣਾਉਣਾ ਚਾਹੀਦਾ ਹੈ ਜਿਹਦੇ ਨਾਲ ਘੱਟੋ ਘੱਟ ਇੰਨੀ ਜਾਂਚ ਹੋ ਸਕੇ ਕਿ ਕੀ ਅਡਾਨੀ ਗਰੁੱਪ ਦੀ ਕੋਈ ਗਲਤੀ ਹੈ, ਕੀ ਉਹ ਹਿੰਡਨਬਰਗ ਰਿਪੋਰਟ ਸੱਚ ਹੈ ਜਾਂ ਝੂਠ ਹੈ? ਸਰ,
ਜਿਹੜੀ ਕਿ ਹੁਣ ਤੱਕ ਤਾਂ ਕੱਲ ਤੱਕ ਸਟੋਇਕ ਸਾਇਲੈਂਸ ਸੀਗੀ ਇੰਡੀਅਨ ਗਵਰਨਮੈਂਟ ਦੀ, ਈਵਨ ਫਾਈਨੈਂਸ ਮਿਨਿਸਟਰ ਦੀ, ਕਿਉਂਕਿ ਹੁਣ ਬਜਟ ਸੈਸ਼ਨ ਚੱਲ ਰਿਹਾ ਪਾਰਲੀਮੈਂਟ। ਆਪੋਜੀਸ਼ਨ ਇਸ ਬਾਰੇ ਬਹੁਤ ਵੱਡੇ ਪੱਧਰ ਤੇ ਸਵਾਲ ਉਠਾ ਰਹੀ ਹੈ ਕਿ ਇਹਦੇ ਤੇ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਣੇ, ਪਰ ਉਸ ਬਾਰੇ ਗਵਰਨਮੈਂਟ ਨੇ ਕੋਈ ਵੀ ਕਿਸੇ ਤਰ੍ਹਾਂ ਦਾ ਮੰਨਣ ਤੋਂ ਇਨਕਾਰ ਕੀਤਾ ਹੋਇਆ ਹਜੇ ਤੱਕ। ਈਵਨ ਕਾਂਗਰਸ ਦੇ ਜਿਹੜੇ ਮੈਂਬਰ ਪਾਰਲੀਮੈਂਟ ਨੇ ਮਨੀਸ਼ ਤਿਵਾੜੀ, ਉਹਨਾਂ ਨੇ ਇਹ ਸਵਾਲ ਪਾਰਲੀਮੈਂਟ 'ਚ ਵੀ ਉਠਾਇਆ ਜੁਆਇੰਟ ਪਾਰਲੀਮੈਂਟਰੀ ਕਮੇਟੀ ਬਾਰੇ। ਉਹਨਾਂ ਨੇ ਆਪਣਾ ਇੱਕ ਆਰਟੀਕਲ ਉਹਨਾਂ ਦਾ ਅਖਬਾਰ ਵਿੱਚ ਛਪਿਆ ਇਸ ਨੂੰ ਡਿਟੇਲ ਦੇ ਵਿੱਚ ਵੀ ਕਿਉਂ ਜ਼ਰੂਰਤ ਆ ਜੁਆਇੰਟ ਪਾਰਲੀਮੈਂਟਰੀ ਕਮੇਟੀ ਦੀ, ਕਿਉਂਕਿ ਇੱਥੇ ਸਟੇਕ ਇੰਡੀਅਨ ਇਕਨੋਮੀ ਦੀ ਸਟੇਟਸ ਦੀ ਆ। ਕਿਉਂਕਿ ਹੁਣੇ ਬਜਟ ਆਇਆ ਹੈਗਾ, ਬਜਟ ਪਹਿਲੇ ਹੀ ਜਿਹੜਾ ਹੈਗਾ ਵਿੱਤੀ ਘਾਟੇ ਵਾਲਾ ਬਜਟ ਆ, ਉਹਦੇ 'ਚ ਡੈਫਿਸਿਟ ਆ ਕਿ 19 ਇਨਕਮ ਨਹੀਂ ਹੈਗੀ, ਤੇ ਜਿਹੜਾ ਬਜਟ ਆ ਕਿ ਉਹਨੂੰ ਉਹ ਮੈਚ ਕਰ ਸਕੇ। 45,03,000 ਕਰੋੜ ਦਾ ਬਜਟ ਆ, ਪਰ ਇਹਨਾਂ ਕੋਲੇ ਉਸ ਦੇ ਵਿੱਚ ਹਮੇਸ਼ਾ ਉਹਨੂੰ ਵਾਇਬਲ ਰੱਖਣ ਲਈ 18 ਲੱਖ ਕਰੋੜ ਦਾ ਕਰਜ਼ਾ ਲੈਣਾ ਪੈਂਦਾ। ਉਸ ਕਰਜ਼ੇ ਦੀ ਜਿਹੜੀ ਇੰਟਰਸਟ ਪੇਮੈਂਟਸ ਨੇ ਉਹ ਵੀ 11 ਲੱਖ ਕਰੋੜ ਬਣਦੀ ਆ, ਕਿਉਂਕਿ ਜਿਹੜੀ ਇੰਡੀਆ ਦੀ ਟੈਕਸ ਦੇ ਰਾਹੀਂ ਜਾਂ ਹੋਰ ਵਸੀਲਿਆਂ ਰਾਹੀਂ ਇਨਕਮ ਜਨਰੇਟ ਹੁੰਦੀ ਆ ਉਹ ਸਿਰਫ 28 ਲੱਖ ਜਾਂ 29 ਲੱਖ ਕਰੋੜ ਦੇ ਕਰੀਬ ਬਣਦੀ ਆ। ਸੋ ਉਹ ਜਿਹੜਾ ਵਿਚਾਲੇ ਗੈਪ ਆ ਉਹ ਵੀ ਇਹ ਲੋਨਸ ਲੈ ਕੇ ਭਰ ਰਹੇ। ਜੇ ਆਪਾਂ 2014 ਤੋਂ ਲੈ ਕੇ ਹੁਣ ਤੱਕ ਦੇਖੀਏ ਡਿਊਰਿੰਗ ਦਾ ਪ੍ਰਾਈਮ ਮਿਨਿਸਟਰ ਮੋਦੀ ਗਵਰਨਮੈਂਟ ਦੇ ਐਰਾ ਦਾ, ਤਾਂ ਇਸ ਦੇ ਵਿੱਚ ਜਿਹੜਾ ਕਿ ਉਸ ਟਾਈਮ ਤੇ 46,000 ਕਰੋੜ ਦਾ ਕਰਜ਼ਾ ਸੀਗਾ ਇੰਡੀਆ ਤੇ, ਉਹ ਵੱਧ ਕੇ ਹੁਣ 1,62,000 ਕਰੋੜ ਤੇ ਪਹੁੰਚ ਗਿਆ। ਇਹ ਜਿਹੜੀ ਡਰਾਮੈਟਿਕ ਰਾਈਸਿਸ ਹੋਈਆਂ ਨੇ ਤੇ ਜਿਸ ਤਰ੍ਹਾਂ ਇੱਕ ਗਰੁੱਪ ਨੂੰ ਫੇਵਰ ਕੀਤਾ ਗਿਆ, ਕਿਉਂਕਿ ਜਿਹੜੀ ਆਕਸਫੈਮ ਦੀ ਜਿਹੜੀ ਹੁਣ ਰਿਪੋਰਟ ਵੀ ਆਈ ਸੀ ਇਨਇਕੁਐਲਿਟੀਜ਼ ਬਾਰੇ ਕਿ ਕਿਵੇਂ ਜਿਹੜੇ 10 ਉਤਲੇ ਘਰਾਣੇ ਨੇ ਇੰਡੀਆ 'ਚ, ਉਹ ਇੰਡੀਆ ਦੀ 50% ਪਲੱਸ ਵੈਲਥ ਉਹਨਾਂ ਕੋਲੇ ਆ। ਈਵਨ ਡਿਊਰਿੰਗ ਪੈਂਡੈਮਿਕ ਸਿਰਫ ਇੰਨਾ ਹੀ ਚੰਦ ਗਰੁੱਪਸ ਦੀ ਜਿਹੜੀ ਇਨਕਮ ਸੀਗੀ ਉਹ 2-2000% ਵਧੀ ਆ। ਉਹ ਚੀਜ਼ ਆਪਾਂ ਦੇਖੀ ਜੇ ਟੈਕਸਲਾ ਕੰਪਨੀ ਲੈਣੇ, ਉਹ ਕਾਰ ਮੇਕਿੰਗ ਕੰਪਨੀਆਂ, ਅਲਟੀਮੇਟਲੀ ਉਹ ਕੁਝ ਬਣਾ ਰਹੇ ਨੇ, ਮੈਨੂਫੈਕਚਰ ਕਰ ਰਹੇ, ਉਹ ਵਿਕਦਾ ਨਹੀਂ ਵਿਕਦਾ। ਪਰ ਅਡਾਨੀ ਗਰੁੱਪ ਕੋਲੇ ਕੋਈ ਇਦਾਂ ਦਾ ਮਾਰਕੀਟ ਦਾ ਕੁਝ ਵੀ ਨਹੀਂਗਾ, ਸਿਰਫ ਇਹ ਮੈਨੂਪਲੇਟ ਕਰਦੇ ਆ, ਚਾਹੇ ਉਹ ਪਾਵਰ ਆ, ਚਾਹੇ ਕਿਸੇ ਤਰ੍ਹਾਂ ਹੋਰ ਕੰਟਰੈਕਟਸ ਨੇ, ਚਾਹੇ ਪੋਰਟਸ ਨੇ, ਚਾਹੇ 에ਅਰਪੋਰਟਸ ਨੇ, ਇਹਨਾਂ ਨੂੰ ਮੈਨੇਜ ਹੀ ਕਰਦੇ ਆ ਨਾ। ਉਸ ਰਾਹੀਂ ਇਹਨਾਂ ਦੀ ਜਿਹੜੀ ਮੈਨੂਪਲੇਸ਼ਨ ਕਰਕੇ ਜਿਹੜੀ ਹੁਣ ਜਿਹੜੀਆਂ ਟੌਪ ਦੀਆਂ ਵਰਲਡ ਦੀਆਂ ਕ੍ਰੈਡਿਟ ਰੇਟਿੰਗਸ ਨੇ, ਚਾਹੇ ਉਹ ਕ੍ਰੈਡਿਟ ਸੂਸੀ ਜਿਹੜੀ ਕਿ ਸਵਿਟਜ਼ਰਲੈਂਡ ਬੇਸਡ ਆ ਜਨੇਵਾ ਦੀ, ਇਸੇ ਤਰ੍ਹਾਂ ਨੌਰਜਿਸ ਬੈਂਕ ਆ ਜਿਹੜਾ ਕਿ ਇੱਕ ਇਨਵੈਸਟਮੈਂਟ ਮੈਨੇਜਮੈਂਟ ਫਰਮ ਆ ਨਾਰਵੇ ਤੋਂ, ਸਿਟੀ ਗਰੁੱਪ ਆ ਬਹੁਤ ਵੱਡਾ ਬੈਂਕਿੰਗ ਕੰਸਰਨ ਆ ਦੁਨੀਆ ਦਾ, ਉਹਨਾਂ ਨੇ ਕਿਸੇ ਤਰ੍ਹਾਂ ਦਾ ਵੀ ਜਿਹੜਾ ਸ਼ੇਅਰ ਆ ਅਡਾਨੀ ਦਾ ਉਹਨੂੰ ਕਲੈਟਰਲ ਮੰਨਣ ਤੋਂ ਇਨਕਾਰ ਕਰਤਾ, ਉਹਦੇ ਤੇ ਰੋਕ ਲਾਤੀ ਹੈ ਕਿ ਜਿਹਨੂੰ ਸਮਝ ਕੇ ਉਹ ਕਿਸੇ ਤਰ੍ਹਾਂ ਉਹਨਾਂ ਨੂੰ ਉਸ ਕਲੈਟਰਲ ਦੇ ਮਤਲਬ ਕਿ ਜਰੀਏ ਕੋਈ ਲੋਨ ਦੇ ਸਕਣ। ਸੋ ਇਸ ਦੇ ਨਾਲ ਜਿਹੜਾ ਹੈਗਾ ਵਰਲਡ ਵਾਈਡ ਇਹ ਗਰੁੱਪ ਜਿਹੜਾ ਹੈਗਾ ਇੱਕ ਅਟੈਂਸ਼ਨ 'ਚ ਆਇਆ, ਤੇ ਹਿਡਨਬਰਗ ਹਜੇ ਸਟਿਲ ਕੰਟੀਨਿਊ ਕਰ ਰਿਹਾ ਆਪਣੀ ਇਨਵੈਸਟੀਗੇਸ਼ਨਸ ਦੇ ਰਾਹੀਂ ਕਿ ਉਹ ਫਰਦਰ ਇਸੇ ਮਸਲੇ ਦੇ ਨਾਲ ਜੁੜਿਆ ਹੋਇਆ ਸਰ। ਹਿੰਡਨਬਰਗ ਰਿਪੋਰਟ ਨੇ, ਹਿੰਡਨਬਰਗ ਵੀ ਜਿਹੜੀ ਕੰਪਨੀ ਆ ਸਰ, ਉਹ ਵੀ ਕੋਈ ਸਮਾਜ ਸੇਵੀ ਸੰਸਥਾ ਨਹੀਂ ਆ, ਉਹਦਾ ਇੱਕ ਉਹ ਕੋਈ ਇਸ ਤਰ੍ਹਾਂ ਆਪਣੇ ਪ੍ਰੋਫਿਟ ਕਮਾਉਂਦੇ ਨੇ ਇਹਨਾਂ ਮੈਟਰਸ ਦੇ ਵਿੱਚੋਂ ਵੀ ਸਰ। ਪਰ ਮੈਂ ਇਹਨੂੰ ਨਾ ਪੂਰੇ ਅਡਾਨੀ ਮਸਲੇ ਦਾ ਆਖਰੀ ਸਵਾਲ ਤੁਹਾਡੇ ਤੇ ਰਾਜਨੀਤਿਕ ਤੌਰ ਤੇ ਪੁੱਛਣਾ ਚਾਹੁੰਦੀ ਹਾਂ। ਭਾਰਤ ਜੋੜੋ ਯਾਤਰਾ ਹੋਈ, ਭਾਰਤ ਜੋੜੋ ਯਾਤਰਾ ਦੇ ਵਿੱਚ ਰਾਹੁਲ ਗਾਂਧੀ ਨੇ ਕੰਟੀਨਿਊਸਲੀ ਇੱਕ ਚੀਜ਼ ਨੂੰ ਟਾਰਗੇਟ ਕੀਤਾ, ਉਹਨਾਂ ਨੇ ਕਿਹਾ ਕਸ਼ਮੀਰ ਤੱਕ ਕਿ ਅਡਾਨੀ और नरेंद्र मोदी दी दोस्ती, उन्होंने हम दो हमारे दो, अंबानी और अडानी दोनों ਨੂੰ ਵਿੱਚ ਲੈ ਕੇ। ਸੋ ਰਾਜਨੀਤਿਕ ਫਾਇਦਾ ਇਹਦਾ ਤੁਹਾਨੂੰ ਲੱਗਦਾ ਹੈ ਕਿ ਕਾਂਗਰਸ ਨੂੰ ਮਿਲ ਸਕਦਾ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਰਾਜਨੀਤਿਕ ਨੁਕਸਾਨ ਪ੍ਰਧਾਨ ਮੰਤਰੀ ਮੋਦੀ ਨੂੰ ਪਹੁੰਚ ਸਕਦਾ ਹੈ ਜੀ? ਜਿਹੜਾ ਨਾ ਇੰਡੀਆ ਦਾ ਜਿਹੜਾ ਪੋਲੀਟੀਕਲ ਸਟਰਕਚਰ ਹੈ ਨਾ, ਜਿਵੇਂ ਤੁਸੀਂ ਰਾਹੁਲ ਗਾਂਧੀ ਨੂੰ ਫਾਇਦਾ ਪਹੁੰਚਣਾ ਜਾਂ ਕਾਂਗਰਸ ਬਣਾ, ਇਹ ਤਾਂ ਬਹੁਤ ਦੂਰ ਦੀ ਗੱਲ ਆ। ਕਿਉਂਕਿ ਜਿਹੜੀ ਇੰਡੀਅਨ ਪੋਲਿਟਿਕਸ ਹੈ ਨਾ, ਇਹਦੇ ਬਾਰੇ ਕਿਹਾ ਜਾਂਦਾ ਕਿ ਇਹਨਾਂ ਨੂੰ ਆਪਾਂ ਰੈਬਰਸ, ਇਹ ਰੈਬਰ ਹੈ ਕਿ ਰਹਿਜ਼ਾਨ ਹੈ, मसीहा हैं कि कातिल हैं, हम अपने नुमाइंदों का अंदाजा नहीं, हमें अपने नुमाइंदों का अंदाजा नहीं होता, क्योंकि ਜਿਹੜੀ ਪੋਲੀਟੀਕਲ ਅਲੀਟ ਹੈ ਇੰਡੀਆ ਦੀ,
ਉਹਨਾਂ ਨੇ ਆਪਣੇ ਆਪ ਨੂੰ ਇੱਕ they have termed themselves into the masters and they ਧੀਰੂ ਭਾਈ ਅੰਬਾਨੀ ਸੀਗੇ ਤਾਂ ਉਹਨਾਂ ਦਾ ਵੀ ਨਾਮ ਜਿਹੜਾ ਕਾਂਗਰਸ ਦੇ ਨਾਲ ਜੁੜਦਾ ਸੀ ਉਸ ਰਾਈਜ਼ ਦਾ। ਹਾਂਜੀ, ਪਲੀਜ਼ ਕੰਟੀਨਿਊ ਸਰ। ਇਹਨਾਂ ਨੇ ਆਪਣੇ ਆਪ ਨੂੰ ਮਾਸਟਰਸ ਬਣਾ ਲਿਆ ਐਂਡ ਦੇ ਕੰਸੀਡਰਡ ਮਾਸਸ ਨੂੰ ਉਹ ਸਮਝਦੇ ਨੇ ਕਿ ਦੇ ਆਰ ਜਸਟ ਮਾਈਂਡਲੈਸ ਸਲੇਵਸ who can be garnered for votes and this can be generated through political charities ਕਿ ਕਿਸੇ ਨੂੰ ਆਹ ਫਰੀਬੀਜ਼ ਦੇਤੀਆਂ, ਕਿਸੇ ਨੂੰ ਕੀ ਦੇਤਾ। ਅੱਗੇ ਵੋਟਸ ਦਾ ਹੁੰਦਾ ਸੀ ਲੈਣ ਦੇਣ ਕੋਈ ਪਰਸਨਲ ਬੇਸਿਸ ਤੇ, ਹੁਣ ਜਿਹੜੀ ਲੈਣ ਦੇਣ ਜਾਂ ਜੋ ਵੀ ਲਾਲਚ ਦਿੱਤੇ ਜਾਂਦੇ ਆ ਵੋਟਰਸ ਨੂੰ ਜਸਟ ਟੂ ਗਾਰਨਰ ਵੋਟਸ, ਉਹਦੇ ਵਿੱਚ ਇਹ ਜਿਹੜਾ ਸਰਕਾਰੀ ਸਰਮਾਇਆ ਉਹਨੂੰ ਸਟੇਕ ਤੇ ਲਾ ਦਿੰਦੇ ਆ। ਆਪਾਂ ਆਪਣੇ ਪੰਜਾਬ ਪੋਲਿਟਿਕਸ ਦੇਖ ਲਓ, ਇੰਡੀਅਨ ਲੈਵਲ ਤੇ ਪੋਲਿਟਿਕਸ ਤੇ ਦੇਖ ਲਓ, ਇਹਨਾਂ ਨੇ ਲੋਕਾਂ ਨੂੰ ਇੱਕ ਸਮਝਦੇ ਨੇ ਕਿ ਦੇ ਆਰ ਮਾਈਂਡਲੈਸ ਕ੍ਰੀਚਰਸ ਐਂਡ ਦੇ ਕੈਨ ਬੀ ਮੈਨੂਪੂਲੇਟਡ ਇਨ ਐਨੀ ਵੇ ਦੇ ਵਾਂਟ। ਤੇ ਇਹ ਹੁੰਦਾ ਵੀ ਆਇਆ। ਇਹ ਜਿਹੜਾ ਵਰਤਾਰਾ ਹੈਗਾ ਕਿ ਕਿਸੇ, ਕਿਉਂਕਿ ਕਾਂਗਰਸ ਵੀ ਇਸ ਰੁਝਾਨ ਤੋਂ ਕੋਈ ਕਿਸੇ ਤਰ੍ਹਾਂ ਪਿੱਛੇ ਨਹੀਂ ਰਹੀ। ਜਿੰਨਾ ਚਿਰ 75 ਸਾਲਾਂ ਚੋਂ 55 ਸਾਲ ਪਲੱਸ ਕਾਂਗਰਸ ਪਾਰਟੀ ਦਾ ਰੂਲ ਰਿਹਾ ਇੰਡੀਆ ਦੇ, ਤੇ ਉਹਨਾਂ ਦੇ ਵੇਲੇ ਵੀ ਸਰਟਨ ਜਿਹੜੇ ਗਰੁੱਪ ਸੀਗੇ, ਜਿਹੜੇ ਕਿ ਵੱਡੀਆਂ ਕੰਪਨੀਆਂ ਸੀਗੀਆਂ, ਉਹਨਾਂ ਨੂੰ ਅਨਡਿਊ ਫੇਵਰਸ ਦਿੱਤੀਆਂ ਗਈਆਂ ਨੇ। ਇਹ ਵੀ ਸਵਾਲ ਹੁਣ ਉੱਠਦੇ ਨੇ ਕਿ ਜਿਹੜੀ ਰਾਹੁਲ ਦੀ ਯਾਤਰਾ ਸੀ ਉਹਨੂੰ ਫਾਈਨੈਂਸ ਕਿਹਨੇ ਕੀਤਾ? ਉਹਦੇ ਪਿੱਛੇ ਵੀ ਨਾ ਕਿਸੇ ਵੱਡੇ ਘਰਾਣੇ ਦਾ ਆ ਰਿਹਾ ਕਿ ਇਹਨਾਂ ਨੇ ਸਾਰਾ ਫਾਈਨੈਂਸ ਕੀਤਾ, ਕਿਉਂਕਿ ਐਡੀ ਵੱਡੀ ਯਾਤਰਾ ਜਿਹੜੀ 4000 ਕਿਲੋਮੀਟਰ ਦੀ ਚੱਲੀ ਆ, ਉਹਦੇ ਨਾਲ ਬਹੁਤ ਵੱਡਾ ਪੈਰਾਫਰਨੇਲੀਆ ਵੀ ਨਾਲ ਚੱਲਿਆ। ਉਹ ਚੀਜ਼ ਨੂੰ ਕੌਣ ਫਾਈਨੈਂਸ ਕਰ ਰਿਹਾ ਸੀ? ਇਸ ਚੀਜ਼ ਬਾਰੇ ਕਿਉਂਕਿ ਇੰਡੀਆ ਦੇ ਵਿੱਚ ਜਿਹੜੀ ਇਨਵੈਸਟੀਗੇਟਿਵ ਜਰਨਲਿਜ਼ਮ ਉਹ ਇੱਕ ਤਰ੍ਹਾਂ ਨਾਲ ਦਮ ਤੋੜ ਚੁੱਕੀ ਆ, ਜਿਹੜੀ ਕਿ ਆਪਾਂ ਪਹਿਲੇ ਇੰਡੀਅਨ ਐਕਸਪ੍ਰੈਸ ਜਾਂ ਹੋਰ ਐਮਰਜੈਂਸੀ ਐਰਾ ਵੇਲੇ ਜਾਂ ਉਸ ਤੋਂ ਬਾਅਦ ਜਾਂ ਉਸ ਤੋਂ ਪਹਿਲੇ ਦੇਖਦੇ ਸੀ ਕਿ ਕੋਈ ਕਿਸੇ ਨਾ ਕਿਸੇ ਤਹਿਾਂ 'ਚ ਜਾ ਕੇ ਜਰਨਲਿਜ਼ਮ ਜਿਹੜੀ ਸੀ ਰਿਪੋਰਟਿੰਗ ਕਰਦੀ ਸੀ। ਉਹ ਹੁਣ ਚੀਜ਼ ਲੰਮੇ ਸਮੇਂ ਤੋਂ, ਖਾਸ ਕਰਕੇ 2014 ਤੋਂ ਬਾਅਦ ਉਹ ਚੀਜ਼ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਪਬਲਿਕ ਡੋਮੇਨ ਤੋਂ ਗੈਪ ਹੋ ਚੁੱਕੀ ਆ। ਉਹ ਇੱਕ ਬੜਾ ਸੀਰੀਅਸ ਮੈਟਰ ਆ, ਜਿਹਦੇ ਕਰਕੇ ਸੱਚਾਈ ਪਤਾ ਨਹੀਂ ਲੱਗਦੀ ਕਿ ਜਿਵੇਂ ਰਾਹੁਲ ਦੀ ਯਾਤਰਾ ਕਿ ਕਿਹਨੇ ਫਾਈਨੈਂਸ ਕੀਤੀ ਆ। ਆਈ ਬੈਟ ਕਿ ਜੇ ਇਹ ਚੀਜ਼ ਪਹਿਲੇ ਹੋਈ ਹੁੰਦੀ ਤਾਂ ਹੁਣ ਤੱਕ ਅਰਨ ਸ਼ੂਰੀ ਵਰਗੇ ਜਿਹੜੇ ਆਪਣੇ ਕਮਿਸ਼ਨਰਸ ਆਫ ਟਰੁਥ ਕਹਿੰਦੇ ਨੇ, ਆਪਣੀ ਬੁੱਕ ਉਹਦੀ ਬਾਹਰ ਆਈ ਆ ਪਿਛਲੇ ਸਾਲ, ਉਹ ਦੱਸਦੇ ਸੀ ਵੀ ਕਿਵੇਂ ਅਸੀਂ ਅੰਦਰ ਤਹਿਾਂ ਤੱਕ ਜਾ ਕੇ ਵਿਦ ਫੈਕਚੁਅਲ ਇਨਫੋਰਮੇਸ਼ਨ ਉਹ ਗਵਰਨਮੈਂਟ ਦੀਆਂ ਸੀਕ੍ਰੇਟਸ ਬਾਹਰ ਲੈ ਕੇ ਆਉਂਦੇ ਸੀ। ਜਿਹੜੀ ਕਿ ਆਪਾਂ ਚਾਹੇ 1984 ਦੀ ਸਿੱਖ ਕਾਰਵਾਈ ਦੇਖ ਲਓ, ਚਾਹੇ ਇੰਡੀਅਨ ਆਰਮੀ ਦਾ ਅਟੈਕ ਦੇਖ ਲਓ, ਹਜੇ ਤੱਕ ਤਾਂ ਸਾਨੂੰ ਉਹਨਾਂ ਦੀ ਸੱਚਾਈ ਨਹੀਂ ਪਤਾ ਕਿ ਕਿੰਨੀਆਂ ਡੈਥਸ ਹੋਈਆਂ ਨੇ, ਕੀ ਕਾਰਨ ਬਣੇ, ਹੂ ਆਰ ਦਾ ਫੋਰਸਿਸ ਬਿਹਾਈਂਡ ਇਟ, ਕਿ ਇੱਕ ਸਿਵਲਾਈਜ਼ਡ ਆਪਣੇ ਆਪ ਨੂੰ ਅਖਵਾਉਣ ਵਾਲਾ ਦੇਸ਼ ਆਪਣੇ ਹੀ ਦੇਸ਼ ਦੇ ਨਾਗਰਿਕਾਂ ਨੂੰ ਆਪਣੇ ਟੈਂਕਾਂ ਥੱਲੇ ਕੁਚਲਦੇ, ਉਹਨਾਂ ਦੇ ਗਲਾਂ 'ਚ ਟਾਇਰ ਪਾ ਕੇ ਅੰਡਰ ਦੀ ਕਮਾਂਡ ਆਫ ਪੋਲੀਟੀਕਲ ਲੀਡਰਸ ਉਹਨਾਂ ਨੂੰ ਸਾੜ ਦਿੱਤਾ ਜਾਵੇ, ਉਹਨਾਂ ਨੂੰ ਕੁਚਲ ਦਿੱਤਾ ਜਾਵੇ। ਤੇ ਉਹਦਾ ਕੋਈ ਜਵਾਬਦੇਹੀ ਹੈ ਨਹੀਂ ਅੱਜ ਤੱਕ, ਕਿਉਂਕਿ ਜਿਹੜੀ ਲੀਡਰਸ਼ਿਪ ਹੈਗੀ ਆ, ਚਾਹੇ ਉਹ ਸਿੱਖ ਲੀਡਰਸ਼ਿਪ ਆ, ਚਾਹੇ ਨੈਸ਼ਨਲ ਲੈਵਲ ਤੇ, ਚਾਹੇ ਸਟੇਟ ਲੈਵਲ ਤੇ, ਆਪਾਂ ਹੁਣ ਦੇਖਦੇ ਹਾਂ ਕਿ ਜੇ ਮਾੜਾ ਜਿਹਾ ਕਿਸੇ ਤੇ ਦਬਾਅ ਬਣਦਾ, ਕਿੰਨੇ ਆਪਣੇ ਸਿੱਖ ਚਿਹਰੇ ਜਿਹੜੇ ਹੁਣ ਤੱਕ ਸਿੱਖ ਲੰਬਰਦਾਰ ਕਹਿੰਦੇ ਸੀ, ਉਹ ਕਿਵੇਂ ਹੁਣ ਭਾਰਤੀ ਜਨਤਾ ਪਾਰਟੀ ਦੀ ਬੋਲੀ ਬੋਲ ਰਹੇ ਐਂਡ ਵਿਦਾਊਟ ਐਨੀ ਐਥਿਕਸ। ਜੇ ਉਹਨਾਂ ਦੀ ਇੰਨੀ ਨੇੜਤਾ, ਮੈਂ ਕਹਿੰਦਾ ਰੱਖੋ, ਤੁਹਾਡੀ ਆਪਣੀ ਪਰਸਨਲ ਲੀਨਿੰਗਸ ਨੇ, ਪਰ ਕੀ ਉਸ ਨਾਲ ਸਿੱਖ ਕੌਮ ਦੇ ਜਿਹੜੇ ਇੰਟਰਸਟ ਆ ਉਹਨਾਂ ਨੂੰ ਕਿਸੇ ਤਰ੍ਹਾਂ ਕੋਈ ਫਾਇਦਾ ਮਿਲ ਰਿਹਾ? ਕਿਵੇਂ ਕੌਮੀ ਇਨਸਾਫ ਮੋਰਚਾ ਲੱਗਿਆ, ਕਿਵੇਂ 2015 ਦਾ ਜਿਹੜਾ ਦਿਖਾਂਤ ਆ ਉਹਦਾ ਕੋਈ ਆਪਾਂ ਹੱਲ ਨਹੀਂ ਕੱਢ ਸਕੇ। ਆਪਾਂ ਤਾਂ 37 ਸਾਲ ਪਹਿਲੇ ਜਿਹੜਾ ਨਕੋਦਰ ਸਾਕਾ ਹੋਇਆ ਸੀ, ਸਾਡੇ 4 ਸਿੱਖ ਨੌਜਵਾਨ ਪੁਆਇੰਟ ਬਲੈਂਕ ਰੇਂਜ ਤੇ ਪੁਲਿਸ ਨੇ ਫੇਕ ਐਨਕਾਊਂਟਰ ਕਰਕੇ ਮਾਰਤੇ ਸੀ। ਉਹਨਾਂ ਦੇ ਫਾਦਰ, ਇੱਕ ਦਾ ਹੀ ਫਾਦਰ ਜਿਉਂਦਾ, ਉਹ ਵਿਚਾਰੇ ਅੱਜ ਵੀ ਦਰ-ਦਰ ਫਿਰਦੇ ਆ। ਕੈਲੀਫੋਰਨੀਆ ਦੇ ਇੱਕ ਸਿਟੀ ਨੇ ਜਿੱਥੋਂ ਦੀ ਮੇਅਰ ਬੌਬੀ ਸਿੰਘ ਪੰਜਾਬ ਰੀਜਨ ਦੀ ਆ, ਸਿੱਖ ਰੀਜਨ ਦੀ ਆ, ਉਹਨਾਂ ਨੇ ਆਪਣੀ ਸਿਟੀ ਵਿੱਚ ਹੁਣ ਇੱਕ ਮਤਾ ਲਿਆ ਕੇ ਨਕੋਦਰ ਦਿਵਸ, ਜੋ ਕਿ ਅੱਜ ਫਰਵਰੀ 4 ਦਾ ਸਾਕਾ 1986 ਦਾ, ਉਹਨੂੰ ਇੱਕ ਨਕੋਦਰ ਦਿਵਸ ਵਜੋਂ ਮਾਨਤਾ ਦਿੱਤੀ ਆ। ਤੇ ਜਦ ਕਿ ਇੱਥੇ 15
ਪੰਥਕ ਸਰਕਾਰ ਰਹੀ ਆ, ਉਹਨਾਂ ਕੋਲੇ ਰਿਪੋਰਟ ਵੀ ਸੀਗੀ ਟੇਬਲ ਤੇ ਲਿਆਂਦੀ ਗਈ, ਜਿਹੜੀ ਜਸਟਿਸ ਗੁਰਨਾਮ ਸਿੰਘ ਨੇ ਇਨਵੈਸਟੀਗੇਟ ਕੀਤਾ ਸੀ। ਉਹ ਰਿਪੋਰਟ ਤਾਂ ਕੀ ਮੰਨਣੀ ਸੀ, ਜਿਹੜੇ ਉਸ ਘਿਨਾਉਣੇ ਸਾਕੇ ਨਾਲ ਪੁਲਿਸ ਆਫੀਸਰ ਜੁੜਿਆ ਹੋਇਆ ਸੀ ਅਜ਼ਹਾਰ ਆਲਮ, ਜਿਹਨੂੰ ਕਿ ਆਲਮ ਸੈਨਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ, ਉਹਨਾਂ ਨੂੰ ਇਹਨਾਂ ਨੇ ਆਪਣੀ ਪਾਰਟੀ ਵਿੱਚ ਇੱਕ ਅਹਿਮ ਅਹੁਦੇ ਦਿੱਤੇ। ਉਹਨਾਂ ਦੀ ਵਾਈਫ ਨੂੰ ਇਹਨਾਂ ਨੇ MLA ਬਣਾਇਆ, ਉਹਨੂੰ ਚੀਫ ਪਾਰਲੀਮੈਂਟਰੀ ਸੈਕਟਰੀ ਬਣਾਇਆ। ਇਸੇ ਤਰ੍ਹਾਂ ਦਰਬਾਰਾ ਸਿੰਘ ਗੁਰੂ, ਜਿਹੜਾ ਕਿ ਉਸ ਟਾਈਮ ਤੇ ਡਿਪਟੀ ਕਮਿਸ਼ਨਰ ਸੀ। ਇਹਨਾਂ ਲੋਕਾਂ ਤੋਂ ਆਪਾਂ ਕੀ ਮਤਲਬ ਕਿ ਸੋਚ ਸਕਦੇ ਹਾਂ, ਜਾਂ ਕੀ ਦੂਜੇ ਪਾਸੇ BJP ਨਾਲ ਜੁੜੀ ਹੋਈ ਜਿਹੜੀ ਸਿੱਖ ਕਲਾਸ ਆ, ਉਹ ਕਿਸੇ ਤਰ੍ਹਾਂ ਵੀ ਕੋਈ ਦੱਸਣ ਕਿ ਉਹਨਾਂ ਦਾ ਪੋਜ਼ਿਟਿਵ ਕੀ ਨੈਰੇਟਿਵ ਆ ਰਿਗਾਰਡਿੰਗ ਦਾ ਸਿੱਖ ਇਸ਼ੂਜ਼ ਜਾਂ ਕਿਸੇ ਤਰ੍ਹਾਂ ਪੰਜਾਬ ਦੇ ਜਿਹੜੇ ਇਸ਼ੂਜ਼ ਨੇ। ਜੀ ਸਰ, ਇਹ ਜਿਹੜੀ ਰਿਪੋਰਟ ਸੀਗੀ ਨਕੋਦਰ ਸਾਕੇ ਨਾਲ ਜੁੜੀ ਹੋਈ ਹੈ, ਵਿਧਾਨ ਸਭਾ ਦੇ ਵਿੱਚ ਪੇਸ਼ ਵੀ ਹੋਈ ਸੀ ਔਰ ਬਾਅਦ ਵਿੱਚ ਇਹ ਕਹਿ ਦਿੱਤਾ ਗਿਆ ਕਿ ਗੁੰਮ ਹੋ ਚੁੱਕੀ ਹੈ, ਇਹ ਲੱਭਦੀ ਨਹੀਂ ਹੈ। ਸਰ ਮੈਂ ਹੁਣ ਚਾਹਾਂਗੀ ਕਿ ਆਪਾਂ ਅੱਗੇ ਵਧੀਏ। ਅਗਲਾ ਮਸਲਾ ਆਪਣਾ ਇਹੀ ਹੈ। ਇਹ ਰਿਪੋਰਟ ਗੁੰਮ ਨਹੀਂ ਹੋਈ, ਇਹਦੇ ਚੰਦ ਪੇਜ ਇਹਦੇ ਬਾਰੇ ਹੁਣ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਜਿਹੜਾ ਰਵਿੰਦਰ ਸਿੰਘ, ਜਿਹੜਾ ਨੌਜਵਾਨ ਸ਼ਹੀਦ ਹੋਇਆ ਸੀ, ਉਹਦੇ ਫਾਦਰ ਸਰ ਬਲਦੇਵ ਸਿੰਘ ਨੇ ਹਾਈ ਕੋਰਟ 'ਚ ਰਿਟ ਲਾਈ ਕਿ ਉਸ ਜਿਹੜੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਸੀ, ਉਹਦੇ ਜਿਹੜੇ ਚੰਦ ਪੇਜਿਸ ਜਿਹੜੇ ਨੇ ਜਿਹਦੇ ਵਿੱਚ ਇਨਕ੍ਰਿਮੀਨੇਟਿੰਗ ਐਵੀਡੈਂਸ ਸੀਗਾ ਪੁਲਿਸ ਦੇ ਖਿਲਾਫ, ਉਹ ਪੇਜਿਸ ਗੈਪ ਨੇ। ਇਹ ਰਿਪੋਰਟ ਮਿਸਟਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜਦੋਂ ਚੀਫ ਮਿਨਿਸਟਰ ਸੀ 99 ਦੇ ਵਿੱਚ, 1999 ਚ ਉਹਨਾਂ ਨੂੰ ਇਹ ਸਬਮਿਟ ਕੀਤੀ ਗਈ ਸੀ, ਪਰ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਹੋਈ। ਜਿਸ ਤਰ੍ਹਾਂ ਜਥੇਦਾਰ ਕੌਂਕੇ ਦੀ ਜਿਹੜੀ ਪੁਲਿਸ ਕਸਟਡੀ ਚ ਡੈਥ ਹੋਈ ਆ, ਕਿੰਨੀ ਵਹਿਸ਼ਿਆਨਾ ਤਰੀਕੇ ਨਾਲ ਡੈਥ ਹੋਈ ਆ, ਉਹ ਵੀ ਕੋਈ ADGP ਤਿਵਾੜੀ ਦੀ ਰਿਪੋਰਟ ਸੀ, ਉਹਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਕਿ ਜਿਹੜੇ ਪੁਲਿਸ ਘੋਟਨੇ ਵਰਗੇ ਉਹਦੇ ਲਈ ਰਿਸਪੌਂਸਿਬਲ ਸੀ ਸਵਰਨ ਸਿੰਘ ਘੋਟਨਾ, ਉਹਨਾਂ ਨੂੰ ਕਿਸੇ ਤਰ੍ਹਾਂ ਉਹ ਆਪਣੀ ਨੈਚੁਰਲ ਡੈਥ ਮਰ ਗਏ। ਕਿਸੇ ਨੇ ਉਹਨਾਂ ਨੂੰ ਹਿੰਮਤ ਨਹੀਂ ਕੀਤੀ, ਕਿਸੇ ਆਪਣੇ ਆਪ ਨੂੰ ਪੰਥਕ ਸਰਕਾਰ ਕਹਾਉਣ ਵਾਲੀ ਨੇ, ਕਿ ਉਹਨਾਂ ਨੂੰ ਕਟਹਿਰੇ 'ਚ ਲਿਆ ਕੇ ਖੜਾ ਕੀਤਾ ਜਾ। ਇੱਥੇ ਤੁਸੀਂ ਇਹ ਦੇਖ ਲਓ ਪੰਜਾਬ ਪੁਲਿਸ ਦਾ, ਕਿ ਇੱਥੇ 2014 ਤੱਕ ਮੈਨੂੰ ਪੁਲਿਸ ਕਾਫੀ ਪਰੇਸ਼ਾਨ ਕਰਦੀ ਰਹੀ ਆ। ਉਸ ਤੋਂ ਬਾਅਦ ਮੈਂ ਪਟੀਸ਼ਨ ਲਾਈ, ਮੇਰੇ ਕੋਲੇ ਹਰਿਆਣਾ, ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰਸ ਨੇ ਕਿ ਮੈਨੂੰ ਕਿਸੇ ਵੀ ਕੇਸ 'ਚ ਬੌਧਰ ਨਾ ਕੀਤਾ ਜਾਵੇ। ਜਿਹੜੇ ਕੇਸ 'ਚ ਮੈਂ ਐਕਸਟ੍ਰਾਡਾਈਟ ਹੋਇਆ ਸੀ, ਮੈਂ ਆਪ ਐਕਸਟ੍ਰੈਡੀਸ਼ਨ ਲਈ ਸੀ, ਉਹਦੀ ਮੈਂ ਸਜ਼ਾ ਭੁਗਤ ਲਈ। ਹੁਣ ਮੇਰੇ ਕੋਲੇ ਸਾਰੀਆਂ ਕਲੀਅਰੈਂਸਿਸ ਨੇ, ਮੇਰੇ ਸਾਰਾ ਰੈਕਡ ਅਨਲ ਕੀਤਾ ਹੋਇਆ ਹੁਣ ਲੀਗਲ ਮੀਨਸ ਦੇ ਵਿੱਚ, ਤੇ ਮੈਨੂੰ ਰੋਜ਼ ਦਿਹਾੜੀ ਇਹਨਾਂ ਦੇ ਇੰਸਪੈਕਟਰ ਆ ਕੇ ਮੈਨੂੰ ਪਰੇਸ਼ਾਨ ਕਰ ਰਹੇ ਨੇ। ਆਹ ਤਾਂ ਪੰਜਾਬ ਪੁਲਿਸ ਦੀ ਕਾਰਵਾਈ ਹੈ। ਮੈਨੂੰ ਨਹੀਂ ਕਿ ਮੈਨੂੰ ਕੋਈ ਘਬਰਾਹਟ ਆ ਜਾਂ ਮੇਰੀ ਵਾਈਫ ਨੂੰ ਘਬਰਾਹਟ ਆ, ਪਰ ਸਾਡੀ ਇੱਕ ਛੋਟੀ ਬੱਚੀ ਆ, ਉਹਦੇ ਤੇ ਤਾਂ ਟਰਾਮਾਟਾਈਜ਼ ਹੁੰਦਾ ਨਾ, ਕਿ ਪੁਲਿਸ ਇੱਥੇ ਰੋਜ਼ ਦਿਹਾੜੀ ਕੀ ਕਰਨ ਆਉਂਦੀ। ਹੁਣ ਵੀ ਜਦੋਂ 2 ਦਿਨ ਪਹਿਲੇ ਆਏ, ਮੈਂ ਕਿਹਾ ਜੇ ਤਾਂ ਤੁਹਾਡੇ ਕੋਲੇ ਮੇਰੇ ਖਿਲਾਫ ਕੁਝ ਹੈਗਾ ਤਾਂ ਤੁਸੀਂ ਚੱਲੋ, ਮੈਂ ਚੱਲਦਾ ਤੁਹਾਡੇ ਨਾਲ ਜਿੱਥੇ ਜਾਣਾ। ਤੁਸੀਂ ਬੇਲੋੜਾ ਆ ਕੇ ਮੇਰੇ ਤੇ ਇਨਕੁਆਇਰੀਆਂ ਕਰਦੇ ਆ। ਮੇਰੀ ਲਾਈਫ ਪਬਲਿਕ ਡੋਮੇਨ 'ਚ, ਜਦ ਦਾ 2004 ਦਾ ਮੈਂ ਬਾਹਰ ਆਇਆ, ਉਦੋਂ ਤੋਂ ਮੇਰੇ ਮਗਰ ਪੁਲਿਸ ਰਹੀ ਆ। ਫਿਰ 2014 ਤੋਂ ਬਾਅਦ ਪਿੱਛੇ ਹਟ ਗਈ, ਕਿਉਂਕਿ ਮੈਂ ਲੀਗਲ ਆਪਣੀ ਪ੍ਰੋਟੈਕਸ਼ਨ ਲੈ ਲਈ ਸੀ। ਹੁਣ ਇਹ ਦੁਬਾਰਾ ਪਤਾ ਨਹੀਂ, ਜਦ ਦੀ ਆਹ ਸਰਕਾਰ ਆਈ ਆ ਆਮ ਆਦਮੀ ਪਾਰਟੀ ਦੀ, ਜਦ ਕਿ ਇਹ CMO ਆਫਿਸ ਤੱਕ ਵੀ ਗੱਲ ਗਈ ਆ, ਪਰ ਕੋਈ ਕਾਰਵਾਈ ਨਹੀਂ ਹੋ ਰਹੀ। ਸਗੋਂ ਮੈਨੂੰ ਉਹ ਮੈਂਟਲੀ ਆ ਕੇ ਡਿਸਟਰਬ ਕਰ ਰਹੇ ਨੇ। ਬਾਹਰ ਮੇਰੇ ਜਿਹੜੇ ਘਰ ਦੇ ਲੋਕੀ ਖੜੇ ਹੁੰਦੇ ਨੇ, ਉਹਨਾਂ ਤੋਂ ਇਨਕੁਆਇਰੀਆਂ ਕਰਦੇ ਰਹਿੰਦੇ ਕਿ ਮੈਨੂੰ ਕੌਣ ਮਿਲਣ ਆਉਂਦਾ, ਇਹ ਕੀ ਕਰਦਾ ਸਾਰਾ ਦਿਨ, ਜਦ ਕਿ ਮੈਨੂੰ ਆਪਣੇ ਕੰਮਾਂ ਕਰਕੇ ਕਦੀ ਰੁਝੇਵਾਂ ਹੀ ਨਹੀਂ ਮਿਲਦਾ। ਮੇਰੇ ਰੁਝੇਵੇਂ ਹੀ ਇੰਨੇ ਜ਼ਿਆਦੇ ਆ ਕਿ ਮੈਨੂੰ ਟਾਈਮ ਹੀ ਨਹੀਂ ਮਿਲਦਾ ਕਿ ਮੈਂ ਬਾਹਰ ਅੰਦਰ ਜਾ ਸਕਾਂ। ਕੁਕੀ ਜੀ, ਜ਼ਿਆਦਾ ਟਾਈਮ ਜਿਹੜਾ ਤੁਹਾਡੀ ਜਾਣਕਾਰੀ ਹੈ, ਤੁਹਾਡੀਆਂ ਗੱਲਾਂ ਨੇ, ਉਹ ਸਾਰੇ ਪੰਜਾਬ ਨੂੰ ਪਤਾ ਹੈ, ਪੂਰੀ ਦੁਨੀਆ 'ਚ ਵਸਦੇ ਪੰਜਾਬੀਆਂ ਨੂੰ ਪਤਾ ਹੈ, ਪੰਜਾਬ ਤੋਂ ਬਿਯੋਂਡ ਵੀ ਪਤਾ ਹੈ, ਕਿਉਂਕਿ ਮੀਡੀਆ ਦੇ ਵਿੱਚ ਯੂ ਆਰ ਕੁਆਇਟ ਅ ਸਟਾਰ ਐਂਡ ਮੀਡੀਆ ਦੇ ਵਿੱਚ ਤੁਹਾਡੀ ਇੱਕ ਤਰ੍ਹਾਂ ਦੇ ਨਾਲ ਕੋਈ ਸੀਕ੍ਰੇਟ ਲਾਈਫ, ਮੈਨੂੰ ਲੱਗਦਾ ਕੋਈ ਪਰਸਨਲ ਲਾਈਫ ਹੈ ਹੀ ਨਹੀਂ ਹੈ। ਤੁਹਾਡੇ ਘਰ ਦੇ ਵਿੱਚ ਮੀਡੀਆ ਦਾ ਕੋਈ ਨਾ ਕੋਈ ਚੈਨਲ ਆਇਆ ਹੀ ਹੁੰਦਾ, ਜਿੰਨਾ ਕਿ ਮੈਂ ਜਾਣਦੀ ਹਾਂ। ਕਾਫੀ ਚੈਨਲਸ ਦੇ ਨਾਲ ਤੁਹਾਡੇ ਵਿਚਾਰ ਸਾਂਝੇ ਨੇ ਔਰ ਤੁਸੀਂ ਇਸ ਸਰਕਾਰ ਦੇ ਖਿਲਾਫ ਇੱਕ ਬਹੁਤ ਸਟਰੋਂਗ, ਜਿੱਥੇ ਸਰਕਾਰ ਗਲਤ ਹੁੰਦੀ ਹੈ, ਉਹਨਾਂ ਦੇ ਕੋਈ ਕਦਮ ਗਲਤ ਲੱਗਦੇ ਨੇ, ਤੁਸੀਂ ਕ੍ਰਿਟਿਸਿਜ਼ਮ ਦਿੰਦੇ ਹੋ, ਇੱਕ ਬੜਾ ਪੋਜ਼ਿਟਿਵ ਕ੍ਰਿਟਿਸਿਜ਼ਮ ਹੁੰਦਾ ਹੈ। ਮੈਂ ਇਸ ਚੀਜ਼ ਤੋਂ ਇੱਕ ਗੱਲ ਵਿੱਚ ਕਹਿਣਾ ਚਾਹਾਂਗੀ ਕਿ ਆਪਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਚੱਲਦਾ ਪਿਆ ਹੈ ਸਰ, ਪਰ ਮਤਲਬ ਤੁਹਾਡੀ ਗੱਲ ਤੋਂ ਐਵੇਂ ਲੱਗ ਰਿਹਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣ ਤੋਂ ਬਾਅਦ ਵੀ ਜੀਵਨ ਸੁਖਾਲਾ ਨਹੀਂ ਆ। ਉਸ ਤੋਂ ਬਾਅਦ ਵੀ
ਬਹੁਤ ਤਰ੍ਹਾਂ ਦੀ ਹਰਾਸਮੈਂਟ ਹੈ ਜਿਹੜੀ ਕਿ ਪੁਲਿਸ ਵੱਲੋਂ ਐਡਮਿਨਿਸਟ੍ਰੇਸ਼ਨ ਵੱਲੋਂ ਪੈਰ ਤੇ ਐਵਰੀਡੇ ਕੀਤੀ ਜਾਂਦੀ ਹੈ। ਇਹ ਨਾ ਇਹ ਚੀਜ਼ ਤੋਂ ਨਾ ਵਾਕਫ ਨੇ कि मैं तक इदा का इंसान हाँ कि हम ऐसे पेड़ हैं जो छांव बांट कर अपनी शदीद धूप में खुद छाए को तरसते हैं। ਅਸੀਂ ਸਾਰੀ ਤਾਂ ਆਪਣੀ ਜਵਾਨੀ ਲਾਤੀ। ਉਹ ਜਿਹੜੇ ਇਸ਼ੂ ਸੀਗੇ ਉਹ ਕਹਿੰਦੇ ਨਾ कि अजाले मांगने आए थे रोशनी की भीख, हम अपना घर ना जलाते तो क्या करते और क्या करते। मतलब कि इन्हां ਦੀਆਂ ਅੱਗਾਂ ਲਾਈਆਂ ਹੋਈਆਂ ਪੋਲੀਟੀਕਲ ਕਲਾਸ ਦੀਆਂ ਉਹ ਆ ਕੇ ਚੱਲਣੀਆਂ ਸਾਡੇ ਵਰਗਿਆਂ ਪਈਆਂ। ਚਲੋ ਹੋ ਗਿਆ ਨਿਬੜ ਗਿਆ। ਜੇ ਮੈਂ ਕੋਈ ਇਸ਼ੂ ਮੈਂ ਇਸ਼ੂ ਬੇਸਡ ਗੱਲ ਕਰਦਾ, ਮੇਰਾ ਕਿਸੇ ਇੰਡੀਵਿਜੂਅਲ ਨਾਲ ਕੋਈ ਲੈਣਾ ਦੇਣਾ ਨਹੀਂਗਾ। ਆਈ ਟਾਕ ਇਨ ਅ ਸਿਵਿਕ ਸੈਂਸ। ਤੇ ਮੈਂ ਚਾਹੁੰਦਾ ਕਿ ਸਾਡਾ ਪੰਜਾਬ ਇੱਕ ਸਿਵਲਾਈਜ਼ਡ ਸਟੇਟ ਬਣੇ ਜਿਹਦੇ ਵਿੱਚ ਹਰ ਇੱਕ ਮੁੱਦਾ ਸਿਵਲਾਈਜ਼ਡ ਵੇ ਨਾਲ ਡਿਸਕਸ ਹੋਣਾ ਚਾਹੀਦਾ। ਲੋਕਾਂ ਦੇ ਵਿੱਚ ਜਾਗਰਤਾ ਹੋਣੀ ਚਾਹੀਦੀ ਆ। ਹੁੱਲੜਬਾਜੀ ਜਿਹੜੀ ਪੰਜਾਬ 'ਚ ਹੁਣ ਇੱਕ ਆਪਣਾ ਪਰਛਾਵਾਂ ਡੂੰਘਾ ਕਰ ਰਹੀ ਆ, ਉਸ ਚੀਜ਼ ਤੋਂ ਸਾਡੀ ਨੌਜਵਾਨੀ ਨੂੰ ਨਿਜਾਤ ਮਿਲਣੀ ਚਾਹੀਦੀ ਆ। ਵੀ ਨੀਡ ਮਾਡਰਨਾਈਜੇਸ਼ਨ। ਆਪਾਂ ਨੂੰ ਇੱਕ ਇਤਿਹਾਸਿਕ ਪੱਖ ਜਾਣ ਕੇ ਆਪਣੀ ਜ਼ਿੰਦਗੀ ਦਾ ਜਿਹੜਾ ਭਵਿੱਖ ਆ ਉਹਨੂੰ ਤਰਜੀਹ ਦੇਣੀ ਚਾਹੀਦੀ ਆ। ਪਰ ਅਨਫੋਰਚੂਨੇਟਲੀ ਜਿਹੜੀ ਰਾਜ ਸੱਤਾ ਦੀ ਸਿਆਸਤ ਆ ਉਹ ਹਮੇਸ਼ਾ ਆਵਾਮ ਨੂੰ ਮਿਸਲੀਡ ਕਰ ਰਹੀ ਹੈ। ਜੀ ਸਰ, ਲੋਕ ਤੁਹਾਡੀਆਂ ਗੱਲਾਂ ਤੋਂ ਬਹੁਤ ਜਾਣਕਾਰੀ ਨਵੀਂ ਹਾਸਿਲ ਕਰਦੇ ਨੇ ਔਰ ਅੱਜ ਦੇ ਪ੍ਰੋਗਰਾਮ ਲਈ ਮੈਂ ਦੱਸਣਾ ਚਾਹਾਂਗੀ ਕਿ ਜਿੰਨੇ ਮੈਸੇਜ ਔਰ ਈਮੇਲਸ ਮੈਨੂੰ ਆਈਆਂ ਕਿ ਤੁਸੀਂ ਅਡਾਨੀ ਵਾਲੇ ਇਸ਼ੂ ਦੇ ਉੱਤੇ ਕੁਕੀ ਸਰ ਦੇ ਨਾਲ ਗੱਲਬਾਤ ਕਰੋ ਔਰ ਲੋਕਾਂ ਦੀ ਫਰਮਾਇਸ਼ ਤੇ ਅੱਜ ਦਾ ਜਿਹੜਾ ਵੱਡਾ ਟੌਪਿਕ ਸੀ ਉਹ ਅਡਾਨੀ ਦਾ ਹੀ ਟੌਪਿਕ ਚੁਣਿਆ ਗਿਆ ਸੀ। ਸਰ ਮੈਂ ਚਾਹੁੰਦੀ ਹਾਂ ਕਿ ਆਪਾਂ ਇੱਕ ਹੋਰ ਇੰਪੋਰਟੈਂਟ ਟੌਪਿਕ ਵੱਲ ਚੱਲੀਏ, ਇਹ ਵੀ ਕਿਉਂਕਿ ਲੋਕਾਂ ਦੀ ਡਿਮਾਂਡ ਤੇ ਹੀ ਤੁਹਾਨੂੰ ਆ ਰਿਹਾ ਹੈ। ਉਹ ਹੈ ਜੀ ਸਾਡਾ ਗੁਆਂਢੀ ਮੁਲਕ ਪਾਕਿਸਤਾਨ, ਜਿਹਦੇ ਨਾਲ ਸਾਡਾ ਪੰਜਾਬ ਦਾ ਬਾਰਡਰ ਸਾਂਝਾ ਹੈ। ਉੱਥੇ ਇੱਕ ਕ੍ਰਾਈਸਿਸ ਆ, ਇੱਕ ਬਹੁਤ ਵੱਡਾ ਆਰਥਿਕ ਡੂਮ ਜਿਹੜਾ ਆ, ਇੱਕ ਕਾਲੇ ਬੱਦਲ ਜਿਹੜੇ ਨੇ ਉਸ ਦੇਸ਼ ਦੇ ਉੱਤੇ, ਉਸ ਮੁਲਕ ਤੇ ਛਾਏ ਹੋਏ ਨੇ। ਖਾਣ ਪੀਣ ਵਾਲੀਆਂ ਵਸਤਾਂ, ਪੈਟਰੋਲ, ਬਿਜਲੀ ਕਈ ਗੁਣਾ ਵਾਧੇ ਦੇ ਵਿੱਚ ਨੇ। ਸਰ ਕੋਈ ਵੀ ਦੁਨੀਆ ਦੀ ਸੰਸਥਾ ਪਾਕਿਸਤਾਨ ਦੀ ਮਦਦ ਦੇ ਲਈ ਹਜੇ ਤੱਕ ਅੱਗੇ ਆਈ ਆਪਾਂ ਨੂੰ ਦਿਖਾਈ ਨਹੀਂ ਦੇ ਰਹੀ। ਤੁਸੀਂ ਕੀ ਕਹਿਣਾ ਚਾਹੋਗੇ ਸਰ? ਮੈਂ ਇੱਕ ਆਪਣਾ ਲਾਸਟ ਜਿਹੜਾ ਪਹਿਲੇ ਉਹ ਕੰਪਲੀਟ ਕਰਦਾ ਕਿ ਥੌਸੀਡਾਈਟਸ ਇੱਕ ਬੜਾ ਨਾਮੀ ਫਿਲਾਸਫਰ ਹੋਇਆ। ਉਹਨਾਂ ਨੇ ਕਿਹਾ ਸੀ ਕਿ ਦ ਸੁਸਾਇਟੀ that separates its scholars from its warriors will have its thinking done by cowards and its fighting by fools। ਇਹੀ ਸਾਡੀ ਕੌਮ ਨਾਲ ਹੋਇਆ। ਇਹ ਸਾਡਾ ਦਿਖਾਂਤ ਆ ਕਿ ਅਸੀਂ ਜਿਹੜੇ ਕੋਈ ਵੀ ਸੂਝ ਰੱਖਣ ਵਾਲੇ ਕੋਈ ਪੋਜ਼ਿਟਿਵ ਪ੍ਰੋਡਕਟਿਵ ਗੱਲ ਕਰਦੇ ਆ, ਉਹਨਾਂ ਨੂੰ ਜਾਂ ਤਾਂ ਸਟੇਟ ਦਾ ਪ੍ਰੈਸ਼ਰ ਬਿਠਾ ਦਿੰਦਾ ਜਾਂ ਜਿਹੜੀ ਉਹਦੇ ਵਿੱਚ ਹੀ ਵਿਚਰ ਰਹੇ ਉਹਦੇ ਹਮ ਕੌਮ ਦੇ ਨੇ ਉਹੀ ਇੰਨਾ ਦਬਾ ਦਿੰਦੇ ਨੇ। ਪਰ ਮੈਂ ਇੰਨਾ ਸੌਖਾ ਦਬਣ ਵਾਲਾ ਨਹੀਂ ਗਾ। ਜਿੱਥੋਂ ਤੱਕ ਹੈਗਾ ਪਾਕਿਸਤਾਨ ਦਾ ਸਵਾਲ, ਪਾਕਿਸਤਾਨ ਇੱਕ ਬੜੇ ਸੀਰੀਅਸ ਕ੍ਰਾਈਸਿਸ ਚੋਂ ਲੰਘ ਰਿਹਾ, ਔਨ ਦੀ ਬ੍ਰਿੰਕ ਆਫ ਕਲੈਪਸ ਆ, ਜਿਹੜਾ ਉਹਨਾਂ ਕੋਲੇ ਸਿਰਫ ਅਗਲੇ 18 ਦਿਨਾਂ ਤੱਕ ਦਾ ਹੀ ਫੋਰਨ ਰਿਜ਼ਰਵਸ ਨੇ $10.09 ਬਿਲੀਅਨ, ਜਿਹੜੇ ਕਿ ਉਹਨਾਂ ਨੂੰ 18 ਦਿਨ ਤੱਕ ਸਿਰਫ ਵਾਇਬਲ ਰੱਖ ਸਕਦੇ ਆ। ਜਦੋਂ ਦੇ ਪਿਛਲੇ ਸਾਲ ਦੇ ਉੱਥੇ ਫਲੱਡਸ ਆਏ ਨੇ, ਠੀਕ ਆ ਕਿ ਆਪਣੀ ਖਾਲਸਾ ਏਡ ਨੇ ਉੱਥੇ ਜਾ ਕੇ ਉਹਨਾਂ ਦੇ ਨਾਲ ਖੜੇ ਨੇ, ਜੋ ਵੀ ਮਦਦ ਹੋ ਸਕਦੀ ਸੀ ਉਹਨਾਂ ਨੇ ਕੀਤੀ ਆ। ਪਰ ਜੋ ਕੰਮ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਰਨੇ ਚਾਹੀਦੇ ਸੀ, ਇਹਨਾਂ ਨੂੰ ਇੱਕ ਵਾਰੀ ਇੰਡੀਅਨ ਗਵਰਨਮੈਂਟ ਤੋਂ ਪਰਮਿਸ਼ਨ ਲੈ ਕੇ ਇਸ ਟਾਈਮ ਤੇ ਜਦੋਂ ਕ੍ਰਾਈਸਿਸ ਆਏ ਸੀ ਪਾਕਿਸਤਾਨ ਫੂਡ ਕ੍ਰਾਈਸਿਸ, ਤਾਂ ਇਹਨਾਂ ਨੂੰ ਜਾ ਕੇ ਉੱਥੇ ਖੜਨਾ ਚਾਹੀਦਾ ਸੀ ਉਹਨਾਂ ਦੇ ਨਾਲ। ਪਰ ਅਨਫੋਰਚੂਨੇਟਲੀ ਇਹ ਸਿੱਖ ਪੋਲਿਟਿਕਸ ਦੇ ਵਿੱਚ, ਸਿੱਖ ਆਰਗੇਨਾਈਜੇਸ਼ਨਸ ਦੇ ਵਿੱਚ ਇਹ ਕੋਈ ਇਸ਼ੂ ਨਹੀਂ ਉੱਠਿਆ। ਹਾਂ, ਇਹਨਾਂ ਨੂੰ ਵਰਡ ਰਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਸਰੂਪ ਨੇ ਅਫਗਾਨਿਸਤਾਨ 'ਚ, ਉਹਨਾਂ ਨੂੰ ਕਿਵੇਂ ਲੈ ਕੇ ਆਉਣਾ ਸ਼ਾਨੋ ਸ਼ੌਕਤ। ਪਰ ਜੇ ਉੱਥੋਂ ਦੇ ਲੋਕ ਪਾਕਿਸਤਾਨ ਦੇ ਮਰ ਰਹੇ ਨੇ, ਸਾਡੇ ਪੰਜਾਬੀ ਨੇ, ਉਹਨਾਂ ਬਾਰੇ ਕਦੀ ਇਹਨਾਂ ਦੇ ਉਸ ਤਰ੍ਹਾਂ ਦਾ ਉਤਸ਼ਾਹ ਤੇ ਨਾ ਉਸ ਤਰ੍ਹਾਂ ਦੀ ਕੋਈ ਆਪਣੇ ਵੱਲੋਂ ਪੇਸ਼ਕਸ਼ ਨਹੀਂ ਕੀਤੀ ਜਾਂਦੀ। ਪਾਕਿਸਤਾਨ ਤੇ ਹੁਣ ਜਿਹੜੇ ਕ੍ਰਾਈਸਿਸ ਨੇ, ਇਹ ਵਨ ਆਫ ਦਾ ਸੀਰੀਅਸ ਕ੍ਰਾਈਸਿਸ ਨੇ। ਇਹ ਦੁਨੀਆ ਦੇ ਵਿੱਚ ਵੀ ਇੱਕ ਚਿੰਤਾ ਦਾ ਵਿਸ਼ਾ ਕਿ
ਖਾਸ ਕਰਕੇ ਭਾਰਤ ਲਈ ਇਹ ਬਹੁਤ ਸੀਰੀਅਸ ਇਸ਼ੂ ਆ ਕਿ ਜੇ ਉਹ ਮੁਲਕ ਕਲੈਪਸ ਕਰ ਗਿਆ ਜਿਸ ਤਰ੍ਹਾਂ ਕਿ ਲੱਗ ਰਿਹਾ, ਤਾਂ ਉਹਦੀ ਜਿਹੜੀ 250-300 ਮਿਲੀਅਨ ਪਾਪੂਲੇਸ਼ਨ ਆ ਉਹ ਕਿੱਧਰ ਨੂੰ ਸਲਾਈਡ ਕਰੂਗੀ। ਕਿਉਂਕਿ ਆਪਣੇ ਦੂਜੇ ਪਾਸੇ ਸ਼੍ਰੀਲੰਕਾ ਵੀ ਬੜੇ ਬੁਰੀ ਤਰ੍ਹਾਂ ਕ੍ਰਾਈਸਿਸ 'ਚ ਘਿਰਿਆ ਹੋਇਆ ਜੀ। ਤੇ ਜਦੋਂ ਹੁਣ IMF ਦੀ ਟੀਮ ਆਈ ਹੋਈ ਆ ਪਾਕਿਸਤਾਨ 'ਚ ਅਬਾਊਟ ਜਿਹੜੀਆਂ ਲੋਨ ਪੇਮੈਂਟਸ ਨੇ, ਤਾਂ ਜਿਹੜਾ ਕਿ ਫਰਦਰ ਉਹਨਾਂ ਨੇ ਏਡ ਦੇਣੀ ਆ $7 ਬਿਲੀਅਨ ਦੀ, ਤਾਂ ਕਿ ਉਹ ਕੰਟਰੀ ਨੂੰ ਵਾਇਬਲ ਰੱਖਿਆ ਜਾਵੇ, ਉਹਨਾਂ ਦੀਆਂ ਜਿਹੜੀਆਂ ਕੰਡੀਸ਼ਨਸ ਨੇ ਉਹਨਾਂ ਤੇ ਪਾਕਿਸਤਾਨ ਗਵਰਨਮੈਂਟ ਕੋਈ ਜਵਾਬ ਦੇਣ ਨੂੰ ਤਿਆਰ ਨਹੀਂ। ਉਹਨਾਂ ਦੀ ਮੇਨ ਮੰਗ ਆ ਕਿ ਜਿਹੜੀਆਂ ਪਾਵਰ ਸਬਸਿਡੀਜ਼ ਨੇ, ਜਿਹੜੀਆਂ ਕਿ 1 ਟ੍ਰਿਲੀਅਨ ਰੁਪੀਸ ਤੋਂ ਵੀ ਉੱਤੇ ਜਾ ਰਹੀਆਂ ਨੇ, ਕਿਉਂਕਿ ਜਿਹੜਾ ਪਾਕਿਸਤਾਨੀ ਰੁਪਇਆ ਉਸ ਦੀ ਇਸ ਟਾਈਮ ਤੇ ਜਿਹੜੀ ਵੈਲਿਊ ਆ ਲੋਐਸਟ ਇਨ ਦਾ ਲਾਸਟ 4 ਡਿਕੇਡਸ ਹੈਗੀ ਆ। $1 ਦੇ ਮੁਕਾਬਲੇ ਪਾਕਿਸਤਾਨ ਦਾ ਰੁਪਈਆ 262 ਰੁਪਏ ਤੇ ਆ। ਜਿਹੜਾ ਆਟਾ ਹੈਗਾ ਉਹਦੀ ਜਿਹੜੀ ਪਰ ਕੇਜੀ ਪ੍ਰਾਈਸ ਆ ਉਹ 500 ਦੇ ਨੇੜੇ ਆ। ਤੁਸੀਂ ਯੂ ਕੈਨ ਵੈਲ ਇਮੈਜਿਨ ਕਿ ਉੱਥੇ ਆਮ ਲੋਕਾਂ ਦਾ ਜੀਵਨ ਸਤਰ ਕਿਹੜੀਆਂ ਮੁਸ਼ਕਲਾਂ ਚੋਂ ਨਿਕਲ ਰਿਹਾ। ਬਹੁਤ ਵੱਡੇ ਹਿੱਸੇ ਦੇ ਵਿੱਚ ਪਾਵਰ ਆਊਟੇਜ ਨੇ, ਬਿਜਲੀ ਬੰਦ ਕਰਨੀ ਪੈਂਦੀ ਆ। ਮਾਲਸ ਨੇ, ਦੁਕਾਨਾਂ ਨੇ, ਹੋਰ ਕਮਰਸ਼ੀਅਲ ਜਿਹੜੀਆਂ ਐਸਟੈਬਲਿਸ਼ਮੈਂਟਸ ਨੇ, ਉਹਨਾਂ ਨੂੰ ਇਹ ਪ੍ਰਾਈਮ ਮਿਨਿਸਟਰ ਦਾ ਹੁਕਮ ਆ ਕਿ ਤੁਸੀਂ 8 ਵਜੇ ਤੋਂ ਬਾਅਦ ਅਗਲੇ ਦਿਨ ਸਵੇਰ ਤੱਕ ਉੱਥੇ ਲਾਈਟ 10 ਵਜੇ ਤੱਕ ਬੰਦ ਰੱਖਣੀ ਆ। ਤੇ ਹੁਣ ਕਾਫੀ ਵੱਡੇ ਹਿੱਸੇ 'ਚ ਪਿਛਲੇ 10 ਦਿਨ ਪਹਿਲਾਂ ਬਹੁਤ ਵੱਡੀ ਪਾਵਰ ਸ਼ਾਰਟੇਜ ਆ ਗਈ ਸੀ, ਕਿਉਂਕਿ ਉਹਨਾਂ ਦਾ ਪਾਵਰ ਗ੍ਰਿਡ ਬਹਿ ਗਿਆ ਸੀ। ਉਹਦਾ ਕਾਰਨ ਸੀ ਕਿ ਜਿਹੜੀ ਉਹਦੀ ਸਰਵਿਸਿੰਗ ਦੇ ਲਈ ਤੇ ਜਿਹੜਾ ਪੈਰਾਫਰਨੇਲੀਆ ਉਹਨੂੰ ਵਾਇਬਲ ਰੱਖਣ ਲਈ ਚਾਹੀਦਾ, ਉਹ ਪਾਕਿਸਤਾਨ ਵਿੱਚੋਂ ਖਤਮ ਹੋ ਗਿਆ ਸੀ। ਈਵਨ એનર્ਜੀ ਕ੍ਰਾਈਸਿਸ ਨੇ, ਇਰਾਨ ਨੇ ਜਿਹੜਾ ਕਿ ਉਹਨਾਂ ਨੂੰ ਆਇਲ ਸਪਲਾਈ ਕਰਦੇ ਸੀਗੇ, ਉਹਨਾਂ ਨੇ ਵੀ ਫਰਦਰ ਆਇਲ ਦੇਣ ਤੋਂ ਨਾ ਕਰਤਾ, ਕਿਉਂਕਿ ਉੱਥੇ ਪੇਮੈਂਟਸ ਦਾ ਰੌਲਾ, ਕਿਉਂਕਿ ਪਾਕਿਸਤਾਨ ਕੋਲੇ ਇੰਨੀ ਫੋਰਨ ਰਿਜ਼ਰਵ ਹੈ ਨਹੀਂਗਾ ਕਿ ਉਹ ਇਸ ਚੀਜ਼ਾਂ ਤੇ ਲਾ ਸਕੇ। ਮਤਲਬ ਕਿ ਜੇ ਪਾਕਿਸਤਾਨ ਸਲਾਈਡ ਕਰਦਾ, ਮੇਰਾ ਖਿਆਲ ਪ੍ਰਾਈਮ ਮਿਨਿਸਟਰ ਇੰਡੀਆ ਨੂੰ ਇੱਕ ਵੱਡਾ ਮੁਲਕ ਹੋਣ ਦੇ ਨਾਤੇ, ਗੁਆਂਢੀ ਮੁਲਕ ਹੋਣ ਦੇ ਨਾਤੇ ਇਹਨਾਂ ਨੂੰ ਪਾਕਿਸਤਾਨ ਦੇ ਨਾਲ ਖੜਨਾ ਚਾਹੀਦਾ, ਤਾਂ ਕਿ ਇਸ ਰਾਹੀਂ ਜਿਹੜੇ ਪੁਰਾਣੇ ਵੈਰ ਵਿਰੋਧ ਨੇ ਉਹ ਇਸ਼ੂਸ ਨੂੰ ਸੈੱਟ ਅਸਾਈਡ ਕਰ ਦਿਓ। ਹੁਣ ਜਦੋਂ ਹਿਊਮੈਨਿਟੇਰੀਅਨ ਕ੍ਰਾਈਸਿਸ ਆ ਤਾਂ ਉਸ ਦੇ ਵਿੱਚ ਜਾ ਕੇ ਨਾਲ ਖੜਨਾ ਚਾਹੀਦਾ। ਇੱਕ ਮਤਲਬ ਕਿ ਚੰਗੇ ਨੇਬਰ ਦੀ ਤਰ੍ਹਾਂ ਉਹਨਾਂ ਦੀ ਬਾਂਹ ਫੜਨੀ ਚਾਹੀਦੀ ਆ। ਅਲਟੀਮੇਟਲੀ ਜਿਹੜੇ ਇਸ਼ੂਸ ਪਿਛਲੇ 75 ਸਾਲਾਂ ਤੋਂ ਚੱਲ ਰਹੇ ਨੇ, ਚਾਹੇ ਕਸ਼ਮੀਰ ਦਾ ਇਸ਼ੂ ਆ, ਚਾਹੇ ਹੋਰ ਟੈਰਰਿਜ਼ਮ ਦੇ ਇਸ਼ੂਸ ਨੇ, ਦੇ ਕੈਨ ਬੀ ਡਿਸਕਸਡ ਔਨ ਦਾ ਟੇਬਲ। ਪਰ ਜੇ ਉੱਥੋਂ ਦੇ ਲੋਕਾਂ ਦਾ ਦਿਲ ਜਿੱਤੋਗੇ ਤਾਂ ਹੋ ਸਕਦਾ ਕਿ ਉਹਨਾਂ ਦੇ ਵਿੱਚ ਤਬਦੀਲੀ ਆਵੇ। ਅੱਜ ਦੇ ਪ੍ਰੋਗਰਾਮ ਦਾ ਆਖਰੀ ਸਵਾਲ ਸਰ, ਪਾਕਿਸਤਾਨ ਦੇ ਮਸਲੇ ਨਾਲ ਹੀ ਜੁੜਿਆ ਹੋਇਆ ਹੈ। ਮੈਂ ਚਾਹੁੰਦੀ ਇਸ ਪਰਸਪੈਕਟਿਵ ਨੂੰ ਵੀ ਵਿਚਲਿਆ ਜਾਵੇ। ਇੱਕ ਪੱਖ ਇਹ ਕਹਿੰਦਾ ਹੈ ਕਿ ਪਾਕਿਸਤਾਨ ਨੇ ਜਿਹੜਾ ਧਰਮ ਦੇ ਨਾਮ ਤੇ ਸਟੇਟ ਹੈ, ਜਿਹੜੀ ਇਸਲਾਮਿਕ ਸਟੇਟ ਹੈ, ਉੱਥੇ ਅੱਲਾ ਅੱਲਾ ਕਰਕੇ ਔਰ ਰੱਬ ਦਾ ਹੋਰ ਜਿਹੜੇ ਪਵਿੱਤਰ ਸ਼ਬਦ ਨੇ ਉਹ ਵਰਤ ਕੇ ਆਪਣੀ ਜਨਤਾ ਨੂੰ, ਉੱਥੋਂ ਦੇ ਕਾਰਕੁਨਾਂ ਨੇ, ਰਾਜਨੀਤਿਕ ਜਿਹੜੇ ਹਕੂਮਤਰਾਨ ਨੇ, ਉਹਨਾਂ ਨੇ ਬੇਵਕੂਫ ਬਣਾਇਆ। ਉਹਨਾਂ ਨੇ ਕਰਪਸ਼ਨ ਬਹੁਤ ਵੱਡੇ ਪੱਧਰ ਤੇ ਕੀਤੀ ਔਰ ਨਾਲ ਹੀ ਜਿਹੜਾ ਅੱਤਵਾਦ ਨੂੰ ਸ਼ਹਿ ਦਿੱਤੀ ਪਾਕਿਸਤਾਨ ਨੇ, ਔਰ ਅੱਤਵਾਦ ਨੂੰ ਵੀ 2 ਟਰਮਸ 'ਚ ਡਿਵਾਈਡ ਕੀਤਾ, ਗੁੱਡ ਟੈਰਰਿਜ਼ਮ ਐਂਡ ਬੈਡ ਟੈਰਰਿਜ਼ਮ। ਉਹਦੇ ਕਰਕੇ ਅੱਜ ਪਾਕਿਸਤਾਨ ਦੀ ਹਾਲਤ ਹੈ। ਇਸ ਨੂੰ ਤੁਸੀਂ ਵਿੱਚ ਕਿਵੇਂ ਲਓਗੇ ਸਰ? ਨਹੀਂ, ਇਹ ਬਹੁਤ ਵੱਡਾ ਕਾਰਨ ਆ ਜਿਹੜੀ ਈਵਨ ਤਾਲਿਬਾਨ ਅਫਗਾਨਿਸਤਾਨ 'ਚ ਰੂਲ ਕਰ ਰਹੀ ਇਸ ਟਾਈਮ ਤੇ ਅਫਗਾਨਿਸਤਾਨ ਨੂੰ ਅੱਜ ਜੇ ਆਪਾਂ ਦੁਨੀਆ ਦੇ ਇੰਡੈਕਸ ਦੇ ਵਿੱਚ ਦੇਖਿਆ ਜਾਵੇ ਤਾਂ ਇੱਕ ਬਹੁਤ ਹੀ ਪਛੜਿਆ ਹੋਇਆ 100 ਸਾਲ ਪਿੱਛੇ ਵਾਲਾ ਮੁਲਕ ਲੱਗਦਾ, ਜਿਹੜਾ ਕਿ ਕਦੀ ਇੱਕ ਬਹੁਤ ਵਾਈਬ੍ਰੈਂਟ ਸੋਸਾਇਟੀ ਸੀ। ਉੱਥੇ ਵੀ ਜਿਹੜਾ ਕਾਰਨ ਬਣਿਆ ਤਾਲਿਬਾਨ ਨੂੰ, ਜਿਹਨੇ ਜਿੱਥੋਂ ਤਾਲਿਬਾਨ ਉੱਭਰੀ ਆ, ਉਹ ਵੀ ਜਿਹੜੀਆਂ ਸੈਂਚੁਰੀ ਸੀਗੀਆਂ, ਜਿਹੜੀ ਉਹਨਾਂ ਦੀ ਟ੍ਰੇਨਿੰਗ ਹੋਈ ਆ, ਉਹ ਵੀ ਸਾਰੀ ਪਾਕਿਸਤਾਨ 'ਚ ਹੋਈ ਆ। ਬਲੋਚਿਸਤਾਨ ਦੇ ਏਰੀਏ ਦੇ ਵਿੱਚ ਉਹਨਾਂ ਦੇ ਕੈਂਪਸ ਲੱਗੇ, ਉੱਥੇ ਉਹਨਾਂ ਨੂੰ ਬਕਾਇਦਾ ਜਿਹੜੇ ਮੁਸਲਿਮ ਕਲੈਰਿਕ ਸੀਗੇ, ਉਹਨਾਂ ਨੇ ਉਹਨਾਂ ਨੂੰ ਧਰਮ ਆਧਾਰਿਤ ਹੀ ਸਿੱਖਿਆ ਦਿੱਤੀ, ਜਿਹਦੇ ਨਾਲ ਉਹਨਾਂ 'ਚ ਕੱਟੜਤਾ ਆਈ। ਇਸੇ ਤਰ੍ਹਾਂ ਜਦੋਂ ਇੰਡੀਆ ਦੇ ਵਿੱਚ ਵੀ ਕੋਈ ਪੋਲੀਟੀਕਲ ਨੈਰੇਟਿਵ ਉੱਠਦਾ ਸੀਰੀਅਸ, ਈਵਨ ਜਿਵੇਂ ਅਡਾਨੀ ਦਾ, ਤਾਂ ਇੱਥੇ ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕਰਕੇ ਮੀਡੀਆ ਨੂੰ ਜਿਹੜਾ ਨੈਰੇਟਿਵ ਪੋਲੀਟੀਕਲ ਕਲਾਸ ਵੱਲੋਂ ਲਿਆਂਦਾ ਜਾਂਦਾ, ਉਹ ਆਉਂਦਾ ਹੈਗਾ ਮੰਦਰ ਨਿਰਮਾਣ ਦਾ,
ਤੁਸੀਂ ਦੇਖੋ ਹੁਣ ਪਿਛਲੇ ਦਿਨਾਂ 'ਚ RSS ਦੀ ਚੀਫ ਦੀ ਤੇ ਉਸ ਤੋਂ ਬਾਅਦ RSS ਦੇ ਜਿਹੜੀ ਟੌਪ ਦੇ ਫੰਕਸ਼ਨਰੀਜ਼ ਨੇ ਉਹਨਾਂ ਨੇ ਮੁਸਲਿਮ ਜਿਹੜੀ ਟੌਪ ਦੀ ਲੀਡਰਸ਼ਿਪ ਆ, ਜਿਹੜੇ ਐਜੂਕੇਟਡ ਸਕਾਲਰ ਲੀਡਰਸ਼ਿਪ ਮੰਨੇ ਜਾਂਦੇ, ਉਹਨਾਂ ਨੇ ਇਹਨਾਂ ਦੀਆਂ ਰਿਪੀਟਡ ਮੀਟਿੰਗਸ ਹੋ ਰਹੀਆਂ ਨੇ। ਉਹਦਾ ਏਜੰਡਾ ਕੀ ਆ ਕਿ ਕਾਸ਼ੀ ਮਥੁਰਾ ਸਾਨੂੰ ਛੱਡ ਦਿਓ, ਬਾਕੀ ਇਸ਼ੂ ਆਪਾਂ ਡਿਸਕਸ ਕਰ ਲੈਣੇ। ਵੀ ਇਹ ਤਾਂ ਤੁਹਾਨੂੰ ਮੰਨਣਾ ਹੀ ਪੈਣਾ ਕਿ ਜਿਵੇਂ ਅਯੋਧਿਆ ਵਿੱਚ ਹੋਇਆ ਉਸੇ ਤਰ੍ਹਾਂ ਕਾਸ਼ੀ ਮਥੁਰਾ ਛੱਡ ਦਿਓ। ਜਦ ਕਿ ਇੱਕ ਸੋਸ਼ਲ ਆਰਗੇਨਾਈਜੇਸ਼ਨ ਆ RSS, ਉਹਨਾਂ ਨੂੰ ਸੋਸ਼ਲ ਮੁੱਦੇ ਰੱਖਣੇ ਚਾਹੀਦੇ ਆ। ਪਰ ਇੱਥੇ ਮੰਦਰ ਨਿਰਮਾਣ ਨੂੰ, ਕਿਹੜਾ ਮੰਦਰ ਹੋਣਾ ਚਾਹੀਦਾ, ਕਿਵੇਂ, ਹੁਣ ਜਿਵੇਂ ਪ੍ਰਚਾਰਿਆ ਜਾ ਰਿਹਾ ਇੰਡੀਅਨ ਗਵਰਨਮੈਂਟ ਵੱਲੋਂ ਕਿ ਜਨਵਰੀ 2024 ਦੇ ਵਿੱਚ ਜਿਹੜਾ ਅਯੋਧਿਆ ਇਹਨਾਂ ਦਾ ਹਿਸਟੋਰਿਕ ਹੋਲੀ ਟੈਂਪਲ ਆ ਹਿੰਦੂਇਜ਼ਮ ਦਾ, ਉਹਦੀ ਓਪਨਿੰਗ ਹੋ ਰਹੀ ਹੈ ਗ੍ਰੈਂਡ ਸਕੇਲ ਤੇ, ਜਿਹੜੀ ਕਿ ਸਪਾਂਸਰਡ ਤੇ ਜਿਹੜੀ ਉਹਦੀ ਦਿੱਖ ਨੂੰ ਆਵਾਰੂਗੀ ਉਹ ਹੈਗੀ ਇੰਡੀਅਨ ਗਵਰਨਮੈਂਟ ਅਲੋਂਗ ਵਿਦ ਦਾ UP ਗਵਰਨਮੈਂਟ। ਜਿਸ ਸਮਾਜ ਵਿੱਚ ਵੀ ਧਰਮ ਨੇ ਪ੍ਰਮੁੱਖਤਾ ਲਈ ਆ, ਉਹ ਜਿਹੜੀ ਥਿਊਰੋਕ੍ਰੇਸੀ ਹੈਗੀ ਆ, ਥਿਓਕ੍ਰੇਸੀ, ਉਹਦਾ ਆਪਾਂ ਪਰਛਾਵਾਂ ਤੇ ਪ੍ਰਗਟਾਵਾ ਆਪਾਂ ਇਰਾਨ 'ਚ ਆਪਣੇ ਸਾਹਮਣੇ ਆ ਅੱਜ ਦੇ ਦਿਨ 'ਚ। ਇਸੇ ਤਰ੍ਹਾਂ ਦੇਖੋ ਜਿਹੜਾ ਰਿਪਬਲਿਕ ਡੇ ਤੇ ਚੀਫ ਗੈਸਟ ਸੀਗਾ ਇਜਿਪਟ ਦਾ ਪ੍ਰੈਜ਼ੀਡੈਂਟ ਜਨਰਲ ਸੀਸੀ, ਉਹ ਵੀ ਜਾਣਿਆ ਜਾਂਦਾ ਇੱਕ ਬਰੂਟਲ ਤਾਨਾਸ਼ਾਹ ਡਿਕਟੇਟਰ ਵਜੋਂ। ਉੱਥੇ ਵੀ ਜਿਹੜਾ ਕਲੈਸ਼ ਸੀਗਾ ਮੇਨ, ਜਦੋਂ ਅਰਬ ਸਪਰਿੰਗ ਆਈ ਹੈ 2010 ਦੇ ਵਿੱਚ, ਇੱਕ ਤਾਨਾਸ਼ਾਹ ਡਿਕਟੇਟਰ ਇਜਿਪਟ ਦੇ ਲੋਕਾਂ ਨੇ ਲਾਇਆ, ਹੁਸਨੀ ਮੁਬਾਰਕ। ਉਸ ਤੋਂ ਬਾਅਦ ਪਾਵਰ 'ਚ ਕੌਣ ਆਇਆ? ਮੁਸਲਿਮ ਬ੍ਰਦਰਹੁੱਡ, ਜਿਹੜੀ ਕਿ ਇੱਕ ਤਾਲਿਬਾਨ ਦੀ ਦੂਜੀ ਸ਼ਕਲ ਆ। ਉਹਨਾਂ ਨੇ ਇਸ ਤਰ੍ਹਾਂ ਦਾ ਰਜੀਮ ਰਚਿਆ, ਗਵਰਨੈਂਸ ਕੀਤੀ ਕਿ ਅਲਟੀਮੇਟਲੀ ਜਨਰਲ ਸੀਸੀ ਨੇ ਸਟੈਪ ਇਨ ਕੀਤਾ ਥਰੂ ਬਰੂਟਲ ਮੀਨਸ। ਇਹਨਾਂ ਨੇ ਉਹਨਾਂ ਨੂੰ ਦਬਾ ਦਿੱਤਾ। ਈਵਨ ਜਿਹੜਾ ਪ੍ਰੈਜ਼ੀਡੈਂਟ ਰਿਹਾ ਸੀਗਾ ਉਹਨੂੰ ਵੀ ਫਾਂਸੀ ਦੇ ਰਾਹੀਂ ਉਹਦੇ ਫਾਂਸੀ ਦੇ ਤਖਤੇ ਤੇ ਚੜਾਤਾ। ਤੇ ਹੁਣ ਵੀ ਹਜ਼ਾਰਾਂ ਮਤਲਬ ਕਿ ਪਰਸਨਸ ਇਲੀਗਲ ਡਿਟੈਂਸ਼ਨਸ ਨੇ ਇਜਿਪਟ ਦੇ ਵਿੱਚ। ਇਹ ਜਿਹੜੀ ਥਿਊਕ੍ਰੇਸੀ ਦੀ ਪੋਲਿਟਿਕਸ ਆ, ਇਹ ਹਮੇਸ਼ਾ ਇੱਕ ਨੈਗੇਟਿਵ ਐਸਪੈਕਟ ਆ ਕਿਸੇ ਵੀ ਵਾਈਬ੍ਰੈਂਟ ਸੋਸਾਇਟੀ ਦੇ ਲਈ। ਥੈਂਕ ਯੂ। ਥੈਂਕ ਯੂ ਸਰ।